ਹੈਲੋ एवरीवन ਮੋਸਟ ਵੈਲਕਮ ਟੂ ਅਵਰ ਚੈਨਲ ਰਾਈਟ ਔਨ। ਤਾਂ ਜੇ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ, ਸੀ ਟੈਟ ਦੇ ਲਈ ਜਾਂ ਮੈਥ ਮਾਸਟਰ ਕੈਡਰ ਦੇ ਲਈ, ਤਾਂ ਜ਼ਰੂਰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ। ਇਹ ਬਹੁਤ ਜ਼ਿਆਦਾ ਹੈਲਪਫੁਲ ਹੋਏਗਾ ਤੁਹਾਡੇ ਲਈ। ਤਾਂ ਬਿਲਕੁਲ ਕੰਟੀਨਿਊ ਕਰਦੇ ਆਪਣੇ ਪੰਜਾਬੀ ਦੇ ਸਿਲੇਬਸ ਨੂੰ, ਜਿਹਦੇ ਵਿੱਚ ਆਪਾਂ ਟੌਪਿਕ ਸਟਾਰਟ ਕੀਤਾ ਹੋਇਆ ਸੀ ਸਾਹਿਤ, ਔਰ ਇਸ ਤੋਂ ਪਹਿਲਾਂ ਕਾਫੀ ਟੌਪਿਕ ਹੈ ਜੋ ਆਪਾਂ ਕੰਪਲੀਟ ਕਰ ਚੁੱਕੇ ਹਾਂ। ਠੀਕ ਹੈ, ਜੇ ਤੁਸੀਂ ਹਾਲੇ ਤੱਕ ਤਿਆਰੀ ਨਹੀਂ ਸ਼ੁਰੂ ਕੀਤੀ ਤਾਂ ਕਰ ਸਕਦੇ ਹੋ। ਚੈਨਲ 'ਤੇ ਕਾਫੀ ਕੁਛ ਅਵੇਲੇਬਲ ਤੁਹਾਨੂੰ ਇੱਕ ਰੈਗੂਲਰ ਸੀਰੀਜ਼ ਦੀ ਤਰ੍ਹਾਂ ਮਿਲ ਜਾਏਗਾ। ਠੀਕ ਹੈ ਜੀ। ਤਾਂ ਬਿਲਕੁਲ ਸਾਹਿਤ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਤਾਂ ਇਹ ਡਿਸਕਸ ਕੀਤਾ ਸੀ ਕਿ ਸਾਹਿਤ ਕੀ ਹੁੰਦਾ ਹੈ, ਕਿੰਨੇ ਪਾਰਟਸ ਦਾ ਹੁੰਦਾ, ਜਿਹਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਸਾਹਿਤ ਕਵਿਤਾ ਅਤੇ ਵਾਰਤਕ ਦੀ ਤਰ੍ਹਾਂ ਹੁੰਦਾ ਹੈ। ਠੀਕ ਹੈ, ਕਵਿਤਾ ਅਤੇ ਵਾਰਤਕ ਇਸ ਦੇ ਦੋ ਪਾਰਟਸ ਹੁੰਦੇ ਨੇ, ਪਦ ਅਤੇ ਗਦ ਵੀ ਕਿਹਾ ਜਾਂਦਾ ਜਿਸ ਨੂੰ। ਠੀਕ ਹੈ, ਉਹ ਸਾਰਾ ਕੁਛ ਆਪਾਂ ਡਿਟੇਲ 'ਚ ਪੜ੍ਹਿਆ ਹੋਇਆ। ਕਵਿਤਾ ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਕਿਹੜੇ ਕਿਹੜੇ ਮੈਥਡਸ ਆਪਾਂ ਨੂੰ ਅਪਲਾਈ ਕਰਨੇ ਚਾਹੀਦੇ ਨੇ, ਸਾਰਾ ਕੁਛ ਆਪਾਂ ਸਟੱਡੀ ਕਰ ਚੁੱਕੇ ਹਾਂ। ਅਤੇ ਅੱਜ ਜੋ ਆਪਾਂ ਟੌਪਿਕ ਸ਼ੁਰੂ ਕਰ ਰਹੇ ਉਸਦਾ ਨਾਮ ਹੈ ਗਦ, ਜਾਂ ਫਿਰ ਜਿਸ ਨੂੰ ਆਪਾਂ ਵਾਰਤਕ ਵੀ ਬੋਲ ਦਿੰਦੇ ਹਾਂ। ਠੀਕ ਹੈ ਜੀ। ਤਾਂ ਬਿਲਕੁਲ ਜਦੋਂ ਆਪਾਂ ਆਪਣੀ ਗੱਲ ਕਰੀਏ ਕਿ ਵਾਰਤਕ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕੀ ਕੀ ਹੁੰਦਾ, ਕਿਹੜੇ ਕਿਹੜੇ ਮੈਥਡ ਯੂਜ਼ ਕਰਨੇ ਚਾਹੀਦੇ ਨੇ, ਉਹਦੇ ਉਦੇਸ਼ ਕੀ ਨੇ। ਠੀਕ ਹੈ, ਉਹ ਅੱਜ ਆਪਾਂ ਸਟੱਡੀ ਕਰਾਂਗੇ। ਤਾਂ ਬਿਲਕੁਲ ਸ਼ੁਰੂ ਕਰਦੇ ਹਾਂ ਟੌਪਿਕ ਨੂੰ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਗਦ ਵਾਰਤਕ ਸਿੱਖਿਆ ਹੁੰਦੀ ਕੀ ਹੈ। ਠੀਕ ਹੈ, ਤਾਂ ਗਦ ਵਾਰਤਕ ਸਿੱਖਿਆ ਜਾਂ ਤਾਂ ਗਦ ਕਹਿ ਲਓ ਜਾਂ ਵਾਰਤਕ ਕਹਿ ਲਓ, ਸੇਮ ਹੀ ਥਿੰਗ ਹੈ, ਦੋਨਾਂ ਦਾ ਮਤਲਬ ਸੇਮ ਹੀ ਹੁੰਦਾ। ਠੀਕ ਹੈ, ਹੁਣ ਜਿਵੇਂ ਸਾਹਿਤ ਦਾ ਪਹਿਲਾ ਭਾਗ ਕੀ ਸੀ, ਕਵਿਤਾ ਸੀ। ਕਵਿਤਾ ਦੇ ਵਿੱਚ ਆਪਾਂ ਕਾਫੀ ਕੁਛ ਸਟੱਡੀ ਕੀਤਾ ਕਿ ਕਵਿਤਾ ਕਿਸ ਚੀਜ਼ ਨੂੰ ਐਕਸਪ੍ਰੈਸ ਕਰਦੀ ਹੈ, ਫੀਲਿੰਗਸ ਨੂੰ ਐਕਸਪ੍ਰੈਸ ਕਰਦੀ ਹੈ। ਜੋ ਰਾਈਟਰ ਕਿਤੇ ਨਾ ਕਿਤੇ ਆਪਣੀ ਇਮੈਜੀਨੇਸ਼ਨ ਨੂੰ ਲਿਖਦਾ ਜਾਂ ਆਪਣੀ ਫੀਲਿੰਗਸ ਨੂੰ ਐਕਸਪ੍ਰੈਸ ਕਰਦਾ, ਉਹਦੇ ਵਿੱਚ ਗ੍ਰਾਮਰ ਦਾ ਇੰਨਾ ਸਪੈਸ਼ਲੀ ਧਿਆਨ ਨਹੀਂ ਰੱਖਿਆ ਜਾਂਦਾ। ਠੀਕ ਹੈ, ਹੋ ਸਕਦਾ ਜੋ ਗ੍ਰਾਮਰ ਦੇ ਵਰਡਸ ਨੇ ਅੱਗੇ ਪਿੱਛੇ ਹੋ ਜਾਣ, ਬਟ ਵਾਰਤਕ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰੋਪਰਲੀ ਫੋਕਸ ਕਰਕੇ ਧਿਆਨ ਵਿੱਚ ਰੱਖ ਕੇ ਹੀ, ਮਤਲਬ ਗ੍ਰਾਮਰ ਦਾ ਪੂਰਾ ਧਿਆਨ ਰੱਖਿਆ ਜਾਂਦਾ ਮੇਰੇ ਕਹਿਣ ਦਾ ਮਤਲਬ ਵਾਰਤਕ ਦੇ ਵਿੱਚ। ਔਰ ਦੂਸਰੀ ਗੱਲ ਆਪਾਂ ਚਲੋ ਸਟਾਰਟ ਕਰਦੇ ਹਾਂ ਕਿ ਗਦ ਹੁੰਦਾ ਕੀ ਹੈ, ਵਾਰਤਕ ਹੁੰਦਾ ਕੀ ਹੈ। ਠੀਕ ਹੈ, ਤਾਂ ਗਦ ਕੀ ਹੁੰਦਾ ਹੈ, ਸਾਹਿਤ ਦਾ ਦੂਸਰਾ ਖਾਸ ਰੂਪ ਹੁੰਦਾ ਹੈ। ਠੀਕ ਹੈ, ਜਿਵੇਂ ਸਾਹਿਤ ਕਵਿਤਾ ਤੋਂ ਬਿਨਾਂ ਅਧੂਰੀ, ਉਵੇਂ ਸਾਹਿਤ ਗਦ ਤੋਂ ਬਿਨਾਂ ਵੀ, ਵਾਰਤਕ ਤੋਂ ਬਿਨਾਂ ਵੀ ਅਧੂਰੀ ਹੁੰਦੀ ਹੈ। ਇਸ ਦੇ ਵਿੱਚ ਕਵਿਤਾ ਮਤਲਬ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਕਿ ਇਹ ਬੱਚਿਆਂ ਨੂੰ ਕਵਿਤਾ ਦੀ ਤਰ੍ਹਾਂ ਆਪਾਂ ਕਹਿ ਸਕਦੇ ਕਿਤੇ ਨਾ ਕਿਤੇ ਕਵਿਤਾ ਵਾਰਤਕ ਦੇ ਕੰਪੈਰੀਜ਼ਨ ਥੋੜ੍ਹੀ ਜਿਹੀ ਜ਼ਿਆਦਾ ਇੰਟਰਸਟਿੰਗ ਆਪਾਂ ਬੋਲ ਸਕਦੇ ਹਾਂ। ਠੀਕ ਹੈ, ਬਟ ਜ਼ਰੂਰ ਇਹਦੇ ਵਿੱਚ ਉਹ ਸਰਸਤਾ ਨਹੀਂ ਹੁੰਦੀ, ਬਟ ਫਿਰ ਵੀ ਇਸਦਾ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਰੋਲ ਹੁੰਦਾ ਹੈ ਕਿ ਇਹਦੇ ਵਿੱਚ ਆਪਣੀ ਲੈਂਗੁਏਜ ਦੇ ਵਿੱਚ। ਠੀਕ ਹੈ, ਬੱਚਿਆਂ ਨੂੰ ਬਹੁਤ ਕਾਫੀ ਹੱਦ ਤੱਕ ਇਹ ਕੀ ਕਰਦਾ, ਇਫੈਕਟ ਕਰਦਾ। ਠੀਕ ਹੈ, ਕਿਉਂਕਿ ਇਹਦੇ ਵਿੱਚ ਕੀ ਹੁੰਦੇ ਨੇ, ਵਿਚਾਰ ਹੁੰਦੇ ਨੇ। ਕਿਉਂਕਿ ਵਿਚਾਰ ਅਗਰ ਬੱਚੇ ਸੋਚਣਾ ਨਹੀਂ ਸ਼ੁਰੂ ਕਰਨਗੇ, ਵਿਚਾਰਾਂ ਉੱਪਰ ਕੰਮ ਨਹੀਂ ਕਰਨਗੇ, ਓਨਲੀ ਫੀਲਿੰਗਸ ਇਨਫ ਨਹੀਂ ਹੁੰਦੀਆਂ। ਕਵਿਤਾ ਦੇ ਵਿੱਚ ਗੱਲ ਮੇਨ ਫੋਕਸ ਰੱਖਿਆ ਜਾਂਦਾ ਫੀਲਿੰਗਸ ਨਾਲ, ਭਾਵਾਂ ਨਾਲ, ਭਾਵਾਂ ਨੂੰ ਐਕਸਪ੍ਰੈਸ ਕਰਨਾ, ਭਾਵਾਂ ਨੂੰ ਸਮਝਣਾ। ਠੀਕ ਹੈ, ਪਰ ਉਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਵਿਚਾਰ ਵੀ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਹੁੰਦੇ ਨੇ ਆਪਣੇ, ਅਗਰ ਗੱਲ ਕਰੀਏ ਲਰਨਿੰਗ ਦੇ ਲਈ। ਤਾਂ ਉੱਥੇ ਚਾਹੇ ਇਸ ਦੇ ਵਿੱਚ ਕਵਿਤਾ ਵਰਗੀ ਸਰਸਤਾ ਨਹੀਂ ਹੈ, ਮੇਰੇ ਕਹਿਣ ਦਾ ਮਤਲਬ ਸਿੰਪਲ ਇਹੀ ਹੈ, ਬਟ ਇਹ ਫਿਰ ਵੀ ਕਾਫੀ ਹੱਦ ਤੱਕ ਕੀ ਕਰਦੀ ਹੈ, ਪ੍ਰਭਾਵਿਤ ਕਰਦੀ ਹੈ ਕਿਸ ਨੂੰ, ਬੱਚਿਆਂ ਦੀ ਲਰਨਿੰਗ ਨੂੰ। ਠੀਕ ਹੈ ਜੀ। ਤਾਂ ਬਿਲਕੁਲ ਗਦ ਦੀ ਆਪਾਂ ਗੱਲ ਕਰ ਰਹੇ ਸੀ। ਹੋਰ ਦੇਖ ਲੈਂਦੇ ਹਾਂ ਥੋੜ੍ਹਾ ਜਿਹਾ। ਹੁਣ ਜਿਵੇਂ ਕਵਿਤਾ ਆਪਾਂ ਨੂੰ ਪਤਾ ਹੈ ਕਿ ਆਨੰਦ, ਜਿਵੇਂ ਮੈਂ ਹੁਣੇ ਥੋੜ੍ਹੇ ਟਾਈਮ ਪਹਿਲਾਂ ਤੁਹਾਨੂੰ ਦੱਸਿਆ ਕਿ ਕੰਪੈਰੀਜ਼ਨ ਕਰਕੇ ਦੇਖੀਏ ਤਾਂ ਸ਼ਾਇਦ ਆਪਾਂ ਨੂੰ ਕਵਿਤਾ ਜ਼ਿਆਦਾ ਇੰਟਰਸਟਿੰਗ ਲੱਗੇਗੀ, ਉਸਨੂੰ ਪੜ੍ਹਨਾ, ਉਸਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਠੀਕ ਹੈ, ਜਿਵੇਂ ਕਿ ਇੱਕ ਟਿਊਨ ਦੇ ਵਿੱਚ ਹੁੰਦੀ ਹੈ, ਇੱਕ ਗਾਣੇ ਦੀ ਤਰ੍ਹਾਂ ਐਕਸ਼ਨਸ ਦੇ ਨਾਲ ਬੱਚੇ ਕਰਦੇ ਨੇ ਉਸਨੂੰ, ਤਾਂ ਸ਼ਾਇਦ ਉਹ ਜ਼ਿਆਦਾ ਇੰਟਰਸਟਿੰਗ ਹੈ, ਉਸਦੇ ਵਿੱਚ ਆਨੰਦ ਆਪਾਂ ਦੇਖਦੇ ਹਾਂ। ਠੀਕ ਹੈ, ਪਰ ਅਗਰ ਆਪਾਂ ਵਾਰਤਕ ਦੀ ਗੱਲ ਕਰੀਏ, ਜੇਕਰ ਕਵਿਤਾ ਦੇ ਵਿੱਚ ਇਮੈਜੀਨੇਸ਼ਨ ਹੈ ਜੋ ਕਿ ਕਾਫੀ ਇੰਟਰਸਟਿੰਗ ਹੋ ਸਕਦੀ ਹੈ, ਖੁਸ਼ੀ ਦੇ ਸਕਦੀ ਹੈ ਆਪਾਂ ਨੂੰ, ਅਤੇ ਜੋ ਵਾਰਤਕ ਹੁੰਦਾ ਹੈ ਤਾਂ ਉਹ ਵੀ ਕੀ ਹੁੰਦੀ ਹੈ, ਇੱਕ ਰਿਐਲਿਟੀ ਨਾਲ ਆਪਾਂ ਨੂੰ ਫੇਸ ਕਰਵਾਉਂਦੀ ਹੈ ਕਿ ਆਪਣੀ ਜੋ ਰਿਐਲਿਟੀ ਹੈ ਲਾਈਫ ਦੀ, ਜੀਵਨ ਦੇ ਵਿੱਚ ਜੋ ਵਾਸਤਵਿਕਤਾ ਹੈ ਉਸਦੇ ਨਾਲ ਆਪਾਂ ਨੂੰ ਰੂਬਰੂ ਕਰਵਾਉਂਦੀ ਹੈ। ਠੀਕ ਹੈ, ਤਾਂ ਗਦ ਵੀ ਇੱਕ ਆਪਾਂ ਕਹਿ ਸਕਦੇ ਹਾਂ ਪ੍ਰੈਕਟੀਕਲ ਜਿਹੀ ਚੀਜ਼ ਆ ਜਾਂਦੀ ਹੈ। ਗਦ ਇੱਥੇ ਸਾਫ਼ ਸ਼ਬਦਾਂ ਵਿੱਚ ਜੇਕਰ ਤੁਸੀਂ ਸਮਝ ਲਓ ਕਿ ਗਦ ਦਾ ਮਤਲਬ ਹੁੰਦਾ ਜੋ ਪੈਰਾ, ਜਿਵੇਂ ਇਕਾਂਗੀ ਹੋ ਗਿਆ, ਜਾਂ ਹੁਣ ਉਹ ਕਹਾਣੀ ਵੀ ਹੋ ਸਕਦੀ ਹੈ, ਉਹ ਇਕਾਂਗੀ ਵੀ ਹੋ ਸਕਦੀ ਹੈ, ਕਿਸੇ ਦੀ ਸਟੋਰੀ ਵੀ ਹੋ ਸਕਦੀ ਹੈ, ਕੋਈ ਨਿਬੰਧ ਵੀ ਹੋ ਸਕਦਾ। ਪੈਰਾ ਦੇ ਵਿੱਚ ਜੋ ਚੀਜ਼ਾਂ ਲਿਖੀਆਂ ਜਾਂਦੀਆਂ ਨੇ ਕਵਿਤਾ ਤੋਂ ਹਟ ਕੇ, ਠੀਕ ਹੈ, ਉਹਨਾਂ ਨੂੰ ਆਪਾਂ ਗਦ ਜਾਂ ਵਾਰਤਕ ਬੋਲਦੇ ਹਾਂ। ਜੋ ਤੁਹਾਨੂੰ ਇਹ ਚੀਜ਼ ਕਲੀਅਰ ਹੋ ਗਈ ਕਿ ਗਦ ਅਤੇ ਵਾਰਤਕ ਕੀ ਹੁੰਦੇ, ਤਾਂ ਤੁਹਾਨੂੰ ਆਹ ਸਾਰੇ ਪੁਆਇੰਟਸ ਸਮਝਣ ਦੇ ਵਿੱਚ ਇੰਨੀ ਜ਼ਿਆਦਾ ਡਿਫੀਕਲਟੀ ਆਉਣੀ ਹੀ ਨਹੀਂ। ਠੀਕ ਹੈ ਜੀ। ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਬਿਲਕੁਲ ਸਾਹਿਤ ਦੇ ਗਦ ਦੇ ਅਨੇਕ ਰੂਪ ਸ਼ਾਮਿਲ ਹੁੰਦੇ ਨੇ। ਕੀ ਸ਼ਾਮਿਲ ਹੁੰਦਾ ਇਹਦੇ ਵਿੱਚ, ਜਿਵੇਂ ਮੈਂ ਹੁਣੀ ਤੁਹਾਡੇ ਨਾਲ ਗੱਲ ਕੀਤੀ ਕਿ ਉਹ ਕਹਾਣੀ ਵੀ ਹੋ ਸਕਦੀ ਹੈ, ਉਹ ਨਾਟਕ ਵੀ ਹੋ ਸਕਦਾ ਹੈ, ਨਾਵਲ ਵੀ ਹੋ ਸਕਦਾ ਹੈ, ਇਕਾਂਗੀ ਵੀ ਹੋ ਸਕਦੀ ਹੈ, ਨਿਬੰਧ ਵੀ ਹੋ ਸਕਦਾ ਹੈ, ਕਿਸੇ ਦੀ ਆਲੋਚਨਾ, ਅਗਰ ਆਪਾਂ ਕਿਸੇ ਪੁਆਇੰਟ ਆਫ ਵਿਊ 'ਤੇ ਇੱਕ ਰਾਈਟਰ, ਜਿਵੇਂ ਫੋਰ ਐਗਜ਼ਾਮਪਲ ਕੋਈ ਵੀ ਇੱਕ ਉਹਦੇ ਵਿੱਚ ਆਲੋਚਨਾਤਮਕ ਵਿਚਾਰ ਵੀ ਹੁੰਦੇ ਨੇ ਹਰ ਇੱਕ ਪੱਖ ਦੇ। ਠੀਕ ਹੈ, ਤਾਂ ਆਲੋਚਨਾ ਵੀ ਹੋ ਸਕਦੀ ਹੈ, ਰੇਡੀਓ ਨਾਟਕ, ਰੇਖਾ ਚਿੱਤਰ, ਸਾਰਾ ਕੁਛ ਜੋ ਕਿ ਇੱਕ ਪੈਰਾ ਦੇ ਵਿੱਚ ਹੁੰਦਾ, ਇੱਕ ਤਰੀਕੇ ਨਾਲ ਚਿੱਠੀ, ਸਫ਼ਰਨਾਮਾ, ਸਾਰਾ ਕੁਛ ਇਹਦੇ ਵਿੱਚ ਇਨਕਲੂਡਡ ਹੁੰਦਾ। ਠੀਕ ਹੈ, ਜੋ ਕਿ ਆਪਾਂ ਨੂੰ ਆਪਣੀ ਰਿਐਲਿਟੀ ਨਾਲ ਆਪਣੇ ਜੋ ਵਿਚਾਰ ਨੇ ਉਹ ਸਾਹਮਣੇ ਰੱਖਣ ਦਾ ਇੱਕ ਮੌਕਾ ਦਿੰਦਾ। ਤਾਂ ਉਮੀਦ ਹੈ ਪਹਿਲਾਂ ਤਾਂ ਇਹ ਚੀਜ਼ ਸਮਝ ਆ ਗਈ ਹੋਊਗੀ ਕਿ ਗਦ ਕੀ ਹੁੰਦਾ ਜਾਂ ਫਿਰ ਵਾਰਤਕ ਕੀ ਹੁੰਦਾ। ਠੀਕ ਹੈ ਜੀ। ਅਤੇ ਕਵਿਤਾ ਨਾਲੋਂ ਕਿਸ ਤਰੀਕੇ ਨਾਲ ਡਿਫਰੈਂਟ ਆ ਉਹ ਅੱਜ ਆਪਾਂ ਹੁਣ ਅੱਗੇ ਪੜ੍ਹਾਂਗੇ, ਜਦੋਂ ਜਿਵੇਂ ਪੜ੍ਹਾਂਗੇ ਉਵੇਂ ਕਲੀਅਰ ਹੁੰਦਾ ਜਾਊਗਾ। ਠੀਕ ਹੈ ਜੀ। ਨੈਕਸਟ ਅਗਰ ਸਟਾਰਟ ਕਰੀਏ, ਇਹਦੇ ਉਦੇਸ਼ ਕੀ ਨੇ। ਜਿਵੇਂ ਆਪਾਂ ਕਵਿਤਾ ਦੇ ਉਦੇਸ਼ ਪੜ੍ਹੇ ਸੀ, ਸਧਾਰਨ ਉਦੇਸ਼ ਦੇਖੇ ਸੀ ਕਿ ਨੋਰਮਲੀ ਕਿਵੇਂ ਇਫੈਕਟ ਕਰਦੀ ਆ, ਉਹਦੇ ਮੋਟਿਵ ਕੀ ਨੇ। ਹੁਣ ਔਰ ਸਪੈਸ਼ਲ ਵੀ ਪੜ੍ਹੇ ਸੀ, ਵਿਸ਼ੇਸ਼ ਉਦੇਸ਼। ਠੀਕ ਹੈ, ਅਤੇ ਦੋਨੇ ਆਪਾਂ ਇਹਦੇ ਵਿੱਚ ਵੀ ਕਵਰ ਕਰਾਂਗੇ। ਅਤੇ ਪਹਿਲਾਂ ਸਧਾਰਨ ਵੱਲ ਤੁਰ ਪੈਂਦੇ ਹਾਂ। ਸਧਾਰਨ ਉਦੇਸ਼ ਕਿਹੜੇ ਨੇ ਇਹਦੇ।
ਬੱਚਿਆਂ ਦੇ ਸ਼ਬਦ ਅਤੇ ਗਿਆਨ ਭੰਡਾਰ ਦੇ ਵਿੱਚ ਵਾਧਾ ਕਰਨਾ। ਹੁਣ ਜਦੋਂ ਵੀ ਆਪਾਂ ਕੋਈ ਪੈਰਾ ਲਿਖ ਰਹੇ ਹਾਂ, ਵਾਰਤਕ ਲਿਖ ਰਹੇ ਹਾਂ, ਗਦ ਲਿਖ ਰਹੇ ਹਾਂ, ਉਹ ਕਿਸੇ ਵੀ ਚੀਜ਼ ਦੇ ਵਿੱਚ, ਫੋਰ ਐਗਜ਼ਾਮਪਲ ਕੋਈ ਕਹਾਣੀ ਵੀ ਹੋ ਸਕਦੀ ਹੈ, ਕੋਈ ਅਗਰ ਗੱਲ ਕਰੀਏ ਇਕਾਂਗੀ ਹੋ ਸਕਦੀ ਹੈ, ਕੋਈ ਨਾਟਕ ਲਿਖਿਆ ਹੋਇਆ ਉਸਨੂੰ ਆਪਾਂ ਐਕਸਪ੍ਰੈਸ ਕੁਛ ਵੀ ਹੈ। ਤਾਂ ਜਦੋਂ ਆਪਾਂ ਲਿਖਦੇ ਹਾਂ, ਠੀਕ ਹੈ, ਜਾਂ ਪੜ੍ਹਦੇ ਹਾਂ ਉਸਨੂੰ, ਤਾਂ ਉੱਥੇ ਆਪਣੇ ਸ਼ਬਦਾਂ 'ਤੇ ਨੌਲੇਜ ਜੋ ਹੈ ਕਾਫੀ ਇੰਪਰੂਵ ਹੁੰਦੀ ਹੈ। ਨੌਲੇਜ ਇੰਪਰੂਵ ਹੁੰਦੀ ਆ, ਆਪਾਂ ਜੋ ਵਿਚਾਰ ਨੇ, ਠੀਕ ਹੈ, ਜਿਵੇਂ ਕੋਈ ਆਲੋਚਨਾਤਮਕ ਵਿਊਜ਼ ਦਿੱਤੇ ਹੋਏ ਨੇ ਕਿਸੇ ਵੀ ਆਪਾਂ ਕਹਿ ਸਕਦੇ ਕਿਸੇ ਵੀ ਰਾਈਟਰ ਜਾਂ ਕਿਸੇ ਦੇ ਵੀ ਦੁਆਰਾ, ਅਤੇ ਜਦੋਂ ਆਪਾਂ ਉਹਨਾਂ ਨੂੰ ਪੜ੍ਹਦੇ ਹਾਂ ਤਾਂ ਆਪਾਂ ਸੋਚਣਾ ਸ਼ੁਰੂ ਕਰਦੇ ਕਿ ਹਾਂਜੀ ਇਸ ਤਰੀਕੇ ਨਾਲ ਹੋ ਸਕਦਾ। ਬੱਚੇ ਲੌਜੀਕਲ ਥਿੰਕਿੰਗ ਵੱਲ ਜਾਣਾ ਸ਼ੁਰੂ ਕਰਦੇ ਨੇ, ਠੀਕ ਹੈ। ਤਾਂ ਉੱਥੇ ਕੀ ਹੁੰਦਾ, ਬੱਚਿਆਂ ਦੀ ਜੋ ਸ਼ਬਦ ਭੰਡਾਰ ਹੋ ਗਿਆ, ਜਿਵੇਂ ਕਿ ਭਾਸ਼ਾ ਸਿੱਖਣਾ ਹੋ ਗਿਆ, ਠੀਕ ਹੈ, ਕਿਸ ਤਰੀਕੇ ਨਾਲ ਸ਼ਬਦਾਂ ਨੂੰ ਇੱਕ ਤਰਤੀਬ ਦੇ ਵਿੱਚ ਲਿਖਣਾ ਹੈ। ਜਿਵੇਂ ਹੁਣ ਖੁਦ ਕੁਝ ਲਿਖ ਰਹੇ ਨੇ, ਖੁਦ ਕੋਈ ਕਹਾਣੀ ਲਿਖਣ ਦੀ ਕੋਸ਼ਿਸ਼ ਕਰ ਰਹੇ ਨੇ, ਤਾਂ ਉੱਥੇ ਉਹ ਸਿੱਖਦੇ ਨੇ ਕਿ ਕਿਵੇਂ ਸ਼ਬਦਾਂ ਨੂੰ ਜਾਂ ਵਾਕੰਸ਼ਾਂ ਨੂੰ ਇੱਕ ਤਰਤੀਬ ਬਣਾ ਕੇ ਉਹਨਾਂ ਨੂੰ ਸਹੀ ਰੂਪ ਵਿੱਚ ਆਪਾਂ ਲਿਖ ਸਕਦੇ ਹਾਂ। ਅਤੇ ਗਿਆਨ ਭੰਡਾਰ ਦੇ ਵਿੱਚ ਵੀ ਉਹਨਾਂ ਦੀ ਨੌਲੇਜ ਕੀ ਹੈ, ਇੰਪਰੂਵ ਹੁੰਦੀ ਹੈ, ਠੀਕ ਹੈ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਸ਼ਬਦ ਹੋ ਗਏ, ਵਾਕ ਹੋ ਗਏ, ਮੁਹਾਵਰੇ ਹੋ ਗਏ, ਅਖਾਣ ਹੋ ਗਏ, ਇਹਨਾਂ ਦਾ ਉਚਿਤ ਪ੍ਰਯੋਗ ਕਰਨਾ ਸਿਖਾਉਣਾ। ਜਿਵੇਂ ਕਿ ਮੈਂ ਹੁਣੀ ਤੁਹਾਨੂੰ ਦੱਸਿਆ ਸੀ ਕਿ ਅਗਰ ਕੋਈ ਬੱਚਾ ਕਹਾਣੀ ਲਿਖ ਰਿਹਾ ਜਾਂ ਕੋਈ ਨਿਬੰਧ ਲਿਖ ਰਿਹਾ, ਤਾਂ ਉਹ ਸਮਝਣ ਦੀ ਕੋਸ਼ਿਸ਼ ਕਰਦਾ ਕਿ ਹਾਂਜੀ ਮੈਂ ਇਸਨੂੰ ਕਿਸ ਤਰੀਕੇ ਨਾਲ ਰਿਪਰਜੈਂਟ ਕਰ ਸਕਦਾ। ਹੁਣ ਮੇਰੇ ਮਨ ਦੇ ਅੰਦਰ ਵਿਚਾਰ ਤਾਂ ਬਹੁਤ ਨੇ, ਇਹਦਾ ਮਤਲਬ ਇੱਦਾਂ ਹੀ ਥੋੜ੍ਹੀ ਹੈ ਕਿ ਆਪਾਂ ਉਸਨੂੰ ਜਸ ਲਿਖ ਦਾਂਗੇ, ਉਹਦੇ ਵਿੱਚ ਸਹੀ ਸ਼ਬਦ ਹੋਣੇ ਚਾਹੀਦੇ ਨੇ, ਵਾਕ ਸਹੀ ਬਣਨਾ ਚਾਹੀਦਾ, ਗ੍ਰਾਮਰ ਸਹੀ ਹੋਣੀ ਚਾਹੀਦੀ ਹੈ। ਅਗਰ ਆਪਾਂ ਮੁਹਾਵਰਿਆਂ ਨੂੰ ਯੂਜ਼ ਕਰ ਰਹੇ ਹਾਂ ਤਾਂ ਉਹ ਕਿੰਨਾ ਕੁ ਇਫੈਕਟਿਵ ਲੱਗੇਗਾ, ਠੀਕ ਹੈ ਜੀ। ਅਖਾਣਾਂ ਨੂੰ ਕਿੱਥੇ ਯੂਜ਼ ਕਰਨਾ, ਕਿੱਥੇ ਨਹੀਂ, ਉਹ ਹਰ ਇੱਕ ਚੀਜ਼ ਬੱਚਾ ਇਹਦੇ ਵਿੱਚ ਸਿੱਖਦਾ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ, ਅੱਗੇ ਦੇਖ ਪਾ ਰਹੇ ਹਾਂ ਆਪਾਂ ਕਿ ਸਪਸ਼ਟ ਅਰਥ ਸਮਝਣ ਦੀ ਸ਼ਕਤੀ ਦਾ ਵਿਕਾਸ ਕਰਨਾ। ਬਿਲਕੁਲ ਸਪਸ਼ਟ ਜੀ, ਜੋ ਹੁਣ ਜਿਵੇਂ ਕਵਿਤਾ ਦੇ ਵਿੱਚ ਸਪਸ਼ਟ ਨਹੀਂ ਲਿਖਿਆ ਹੋਇਆ ਹੁੰਦਾ, ਜੇਕਰ ਆਪਾਂ ਦੇਖੀਏ ਕਵਿਤਾ ਦੇ ਵਿੱਚ ਕੰਪੈਰੀਜ਼ਨ ਕਰਕੇ ਦੇਖਦੇ ਹਾਂ, ਕਲੀਅਰ ਹੋ ਜਾਊਗਾ। ਕਵਿਤਾ ਦੇ ਵਿੱਚ ਕੀ ਹੁੰਦਾ, ਕਈ ਵਾਰ ਇੱਦਾਂ ਦੀ ਲਿਖਿਆ ਇਸ ਤਰੀਕੇ ਨਾਲ ਹੁੰਦਾ, ਜਾਂ ਲਾਈਨਸ ਇਸ ਤਰੀਕੇ ਨਾਲ ਬਣਾਈਆਂ ਹੋਈਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਆਪਾਂ ਨੂੰ ਐਕਸਪਲੇਨ ਕਰਨ ਦੀ ਲੋੜ ਪੈ ਜਾਂਦੀ ਹੈ। ਬਟ ਇੱਥੇ ਕੀ ਸਪਸ਼ਟ ਜੀ ਇੱਕ ਗੱਲ ਲਿਖੀ ਹੋਈ ਹੁੰਦੀ ਹੈ, ਕਲੀਅਰ ਜੀ ਗੱਲ ਹੁੰਦੀ ਹੈ, ਠੀਕ ਹੈ। ਤਾਂ ਆਪਾਂ ਉਸ ਤਰੀਕੇ ਨਾਲ ਦੇਖ ਸਕਦੇ ਹਾਂ ਕਿ ਅਰਥ ਸਮਝਣ ਦੀ ਜਿਹੜੀ ਸ਼ਕਤੀ ਹੈ ਉਹਦਾ ਕੀ ਹੁੰਦਾ, ਵਿਕਾਸ ਹੁੰਦਾ ਹੈ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਕਲਾਪੂਰਨ ਢੰਗ ਨਾਲ ਵਾਚਨ ਕਰਨ ਦੀ ਯੋਗਤਾ ਉਤਪੰਨ ਕਰਨਾ, ਠੀਕ ਹੈ। ਹੁਣ ਇੱਕ ਵਾਚਨ ਕਰਨਾ ਮਤਲਬ ਉਹੀ ਹੋ ਗਿਆ ਪੜ੍ਹਨਾ, ਠੀਕ ਹੈ। ਇੱਕ ਸਹੀ ਤਰੀਕੇ ਨਾਲ ਆਪਾਂ ਕਿਵੇਂ ਪੜ੍ਹ ਸਕਦੇ ਹਾਂ, ਫੋਰ ਐਗਜ਼ਾਮਪਲ ਅਗਰ ਕਿਤੇ ਬਹੁਤ ਪੜ੍ਹਨ ਦਾ ਵੀ ਇੱਕ ਲਹਿਜ਼ਾ ਹੁੰਦਾ ਹੈ, ਜਿਵੇਂ ਆਪਾਂ ਇੱਦਾਂ ਨਹੀਂ ਹੈ ਕਿ ਲਗਾਤਾਰ ਕੋਈ ਲਾਈਨ ਆ ਰਹੀ ਹੈ ਅਸੀਂ ਸਿੱਧੇ ਤਰੀਕੇ ਨਾਲ ਪੜ੍ਹ ਰਹੇ ਹਾਂ, ਠੀਕ ਹੈ। ਕਿੱਥੇ ਉਤਰਾ ਦੇਣਾ ਹੈ, ਕਿੱਥੇ ਚੜ੍ਹਾ ਦੇਣਾ ਹੈ, ਕਿੱਥੇ ਆਪਾਂ ਨੇ ਉੱਚੀ ਬੋਲਣਾ ਹੈ, ਕਿੱਥੇ ਹੌਲੀ ਬੋਲਣਾ ਹੈ, ਠੀਕ ਹੈ। ਉਹ ਸਾਰਾ ਕੁਛ ਕੌਮੇ ਅਗਰ ਆਪਾਂ ਗੱਲ ਕਰੀਏ ਵਿਸ਼ਰਾਮ ਚਿੰਨ੍ਹ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਡਿਪੈਂਡ ਕਰਦਾ ਹੈ। ਤਾਂ ਬਿਲਕੁਲ ਵਾਚਨ ਕਰਨ ਦੀ ਇੱਕ ਸਹੀ ਯੋਗਤਾ ਵੀ ਆਪਣੇ ਅੰਦਰ ਆਉਂਦੀ ਹੈ। ਛੋਟੇ ਬੱਚਿਆਂ ਨੂੰ ਲਿਪੀ ਦਾ ਗਿਆਨ ਦੇਣਾ, ਠੀਕ ਹੈ, ਅਤੇ ਪੜ੍ਹਨ ਵਿੱਚ ਰੁਚੀ ਪੈਦਾ ਕਰਨਾ। ਹੁਣ ਅਗਰ ਆਪਾਂ ਕੋਈ ਵੀ ਫੋਰ ਐਗਜ਼ਾਮਪਲ ਕੋਈ ਨਿਬੰਧ ਜਾਂ ਕਹਾਣੀ ਬੱਚਾ ਕਦੋਂ ਲਿਖ ਸਕਦਾ ਹੈ, ਜਦੋਂ ਉਸਨੂੰ ਸ਼ਬਦਾਂ ਨੂੰ ਵਾਕ ਬਣਾਉਣੇ ਆਉਂਦੇ ਹਨ। ਵਾਕ ਕਦੋਂ ਬਣਾਏਗਾ, ਜਦੋਂ ਉਸਨੂੰ ਪਤਾ ਹੈ ਕਿ ਵਾਕੰਸ਼ਾਂ ਨੂੰ ਕਿਵੇਂ ਜੋੜਿਆ ਜਾ ਸਕਦਾ ਹੈ। ਵਾਕੰਸ਼ ਕਿਤੋਂ ਮਿਲ ਕੇ ਬਣਦੇ ਹਨ, ਸ਼ਬਦਾਂ ਤੋਂ, ਔਰ ਸ਼ਬਦ ਕਿਤੋਂ ਮਿਲ ਕੇ ਬਣਦੇ ਹਨ, ਅੱਖਰਾਂ ਤੋਂ। ਅੱਖਰ ਕਿਹਦੇ ਇੱਕ ਪਾਰਟ ਹੁੰਦੇ ਹਨ, ਲਿਪੀ ਦਾ। ਮਤਲਬ ਬੱਚਿਆਂ ਦਾ ਜੋ ਬੇਸ ਆ ਉਹ ਲਿਪੀ ਤੋਂ ਸਟਾਰਟ ਹੁੰਦਾ। ਜਿਵੇਂ ਆਪਣੀ ਪੰਜਾਬੀ ਲਿਪੀ ਕਿਹੜੀ, ਗੁਰਮੁਖੀ ਲਿਪੀ, ਜਿਹਦੇ ਵਿੱਚ ਆਪਾਂ ਨੂੰ ਸਾਰੇ ਜੋ ਅੱਖਰ ਨੇ ਆਪਾਂ ਸਿੱਖਦੇ ਹਾਂ, ਊੜਾ ਐੜਾ ਈੜੀ, ਠੀਕ ਹੈ। ਤਾਂ ਬਿਲਕੁਲ ਛੋਟੇ ਬੱਚਿਆਂ ਨੂੰ ਸਟਾਰਟਿੰਗ ਵੀ ਉੱਥੋਂ ਹੀ ਕੀਤੀ ਜਾਂਦੀ ਹੈ, ਤਾਂ ਕਿ ਹੌਲੀ ਹੌਲੀ ਉਹ ਆਪਣਾ ਡਿਵੈਲਪ ਕਰ ਸਕਣ ਅਤੇ ਇੱਕ ਸਹੀ ਤਰੀਕੇ ਨਾਲ ਜੋ ਇਨ ਦਾ ਫਿਊਚਰ ਸਹੀ ਤਰੀਕੇ ਨਾਲ ਉਹ ਆਪਣੀ ਭਾਸ਼ਾ ਦਾ ਪ੍ਰਯੋਗ ਕਰ ਸਕਣ, ਠੀਕ ਹੈ। ਤਾਂ ਬਿਲਕੁਲ ਲਿਪੀ ਦਾ ਗਿਆਨ ਦੇਣਾ ਅਤੇ ਉਹਨਾਂ ਦੇ ਪੜ੍ਹਨ ਦੇ ਵਿੱਚ ਰੁਚੀ ਪੈਦਾ ਕਰਨਾ ਇਹਦਾ ਇੱਕ ਪਾਰਟ ਹੋ ਜਾਂਦਾ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਗਦ ਦੀਆਂ ਭਿੰਨ ਭਿੰਨ ਸ਼ੈਲੀਆਂ ਦਾ ਵਿਕਾਸ ਕਰਨਾ, ਤਾਂ ਹਰ ਇੱਕ ਸ਼ੈਲੀ ਦਾ ਵਿਕਾਸ ਕਰਨਾ ਇਹਦਾ ਇੱਕ ਇੰਪੋਰਟੈਂਟ ਪਾਰਟ ਹੈ, ਉਦੇਸ਼ ਹੈ। ਤਰਕ ਵਿਤਰਕ ਅਤੇ ਵਾਦ ਵਿਵਾਦ ਦੀ ਯੋਗਤਾ ਦਾ ਵਿਕਾਸ ਕਰਨਾ। ਬਿਲਕੁਲ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ, ਬਿਲਕੁਲ ਫਸਟ ਪੁਆਇੰਟ ਦੇ ਵਿੱਚ ਹੀ ਮੈਂ ਤੁਹਾਨੂੰ ਦੱਸਿਆ ਸੀ ਕਿ ਬੱਚੇ ਲੌਜੀਕਲੀ ਥਿੰਕਿੰਗ ਕਰਨਾ ਸ਼ੁਰੂ ਕਰ ਦਿੰਦੇ ਨੇ। ਲੌਜੀਕਲ ਮੀਨ ਟੂ ਸੇ ਸੋਚਣਾ ਸ਼ੁਰੂ ਕਰ ਦਿੰਦੇ ਨੇ, ਠੀਕ ਹੈ। ਜਦੋਂ ਵਿਚਾਰ ਉਹਨਾਂ ਸਾਹਮਣੇ ਆਉਂਦੇ ਨੇ, ਹੁਣ ਕੋਈ ਵੀ ਇੱਕ ਟੌਪਿਕ ਲੈ ਲਓ, ਅਗਰ ਉਸਦੇ ਗੱਲ ਕਰੀਏ, ਹੁਣ ਫੋਰ ਐਗਜ਼ਾਮਪਲ ਟੈਕਨੋਲੋਜੀ ਹੈ, ਠੀਕ ਹੈ। ਉਸਦੇ ਦੋ ਵਿਊਜ਼ ਹੁੰਦੇ ਆ, ਪੋਜ਼ੀਟਿਵ ਇਫੈਕਟਸ ਵੀ ਹੁੰਦੇ ਆ, ਨੈਗੇਟਿਵ ਵੀ ਹੁੰਦੇ ਆ। ਮਤਲਬ ਉੱਥੇ ਕਿਤੇ ਨਾ ਕਿਤੇ ਇੱਕ ਵਾਦ ਵਿਵਾਦ ਜਿਹਾ ਛਿੜ ਜਾਂਦਾ ਹੈ। ਅਗਰ ਆਪਾਂ ਬੱਚਿਆਂ ਦੋ ਸਟੂਡੈਂਟਸ ਨੂੰ ਖੜਾ ਕਰਕੇ ਇੱਕ ਪੋਜ਼ੀਟਿਵ ਦੇ ਹੱਕ ਵਿੱਚ ਬੋਲ ਰਹੇ ਕਿ ਨੈਗੇਟਿਵ, ਜੋ ਕਿ ਉਹਨਾਂ ਦੇ ਆਪਣੇ ਵਿਊਜ਼ ਹਨ, ਠੀਕ ਹੈ। ਤਾਂ ਉੱਥੇ ਇੱਕ ਡਿਬੇਟ 'ਚ ਨਿਕਲਦੀ ਹੈ। ਉੱਥੇ ਬੱਚੇ ਸੋਚਣਾ ਸ਼ੁਰੂ ਕਰਦੇ ਨੇ ਕਿ ਹਾਂਜੀ ਅਗਰ ਇਹ ਪੁਆਇੰਟ ਇਸ ਦਾ ਪੋਜ਼ੀਟਿਵ ਹੈ, ਫੋਰ ਐਗਜ਼ਾਮਪਲ ਸਾਹਮਣੇ ਵਾਲੇ ਬੱਚੇ ਨੇ ਅਗਰ ਕੋਈ ਪੋਜ਼ੀਟਿਵ ਵਿਊ ਦਿੱਤਾ ਹੈ ਤਾਂ ਨੈਗੇਟਿਵ ਕੌਣ ਸਾ ਹੋਏਗਾ। ਤਾਂ ਉੱਥੇ ਬੱਚੇ ਤਰਕ ਵਿਤਰਕ ਲਗਾਉਣਾ ਸ਼ੁਰੂ ਕਰ ਦਿੰਦੇ ਨੇ, ਲੌਜੀਕਲ ਥਿੰਕਿੰਗ ਲਗਾਉਣਾ ਸ਼ੁਰੂ ਕਰ ਦਿੰਦੇ ਨੇ, ਠੀਕ ਹੈ। ਵਾਦ ਵਿਵਾਦ ਮਤਲਬ ਉਹੀ ਹੋ ਗਿਆ ਡਿਬੇਟ, ਠੀਕ ਹੈ ਜੀ। ਰਚਨਾਤਮਕ ਯੋਗਤਾ ਦਾ ਵਿਕਾਸ ਕਰਨਾ, ਠੀਕ ਹੈ ਜੀ। ਰਚਨਾਤਮਕ ਯੋਗਤਾ ਬੱਚਿਆਂ ਦੇ ਅੰਦਰ ਜੋ ਵਿਚਾਰ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਲਿਖਣਾ ਹੈ, ਠੀਕ ਹੈ, ਇੱਕ ਰਚਨਾ ਕਰਨੀ ਆ ਜਾਂਦੀ ਹੈ, ਉਹਨਾਂ ਨੂੰ ਰਚਨਾਤਮਕ ਯੋਗਤਾ ਦਾ ਉਹਨਾਂ ਦਾ ਵਿਕਾਸ ਹੁੰਦਾ ਹੈ। ਤਾਂ ਇਹ ਕੁਝ ਗੱਲਾਂ ਸੀ, ਸਧਾਰਨ ਉਦੇਸ਼ ਸੀ, ਠੀਕ ਹੈ। ਅੱਗੇ ਦੇਖ ਲੈਂਦੇ ਹਾਂ ਆਪਾਂ। ਇਸ ਤੋਂ ਬਾਅਦ ਆ ਜਾਂਦੇ ਨੇ ਆਪਣੇ ਕੋਲ ਵਿਸ਼ੇਸ਼ ਉਦੇਸ਼। ਪਹਿਲਾਂ ਇਹਨਾਂ ਨੂੰ ਹੀ ਥੋੜਾ ਓਵਰਵਿਊ ਲੈ ਲੈਂਦੇ ਹਾਂ ਕਿ ਇਹਦੇ ਵਿੱਚ ਮੇਨ ਆਪਾਂ ਨੇ ਕੀ ਦੇਖਿਆ ਕਿ ਬੱਚਿਆਂ ਦਾ ਸਰਵਪੱਖੀ ਵਿਕਾਸ ਇੱਕ ਤਰੀਕੇ ਨਾਲ ਹੁੰਦਾ। ਰਚਨਾਤਮਕ ਪੱਖੋਂ ਇੰਪਰੂਵ ਹੁੰਦੇ ਨੇ, ਗਿਆਨ ਉਹਨਾਂ ਦੀ ਨੌਲੇਜ ਇੰਪਰੂਵ ਹੁੰਦੀ ਹੈ, ਠੀਕ ਹੈ ਜੀ। ਸ਼ਬਦ ਭੰਡਾਰ ਦੇ ਵਿੱਚ ਵਾਧਾ ਹੁੰਦਾ ਹੈ, ਮੁਹਾਵਰੇ ਕਿੱਥੇ ਯੂਜ਼ ਕਰਨੇ ਨੇ, ਸਹੀ ਤਰੀਕੇ ਨਾਲ ਕਿਸ ਤਰੀਕੇ ਨਾਲ ਇੱਕ
ਤਰਤੀਬ ਦੇ ਵਿੱਚ ਲਿਖਣਾ ਉਹ ਬੱਚੇ ਸਿੱਖਦੇ ਨੇ, ਠੀਕ ਹੈ। ਅਰਥ ਸਮਝਣ ਦੀ ਉਹਨਾਂ ਦੀ ਯੋਗਤਾ ਹੈ ਜੋ ਇੰਪਰੂਵ ਹੁੰਦੀ ਹੈ, ਅਤੇ ਇਹ ਸਾਰਾ ਕੁਛ ਆਪਾਂ ਨੇ ਇਹਦੇ ਵਿੱਚ ਦੇਖਿਆ। ਉਸ ਤੋਂ ਬਾਅਦ ਦੇਖ ਲੈਂਦੇ ਹਾਂ ਵਿਸ਼ੇਸ਼ ਉਦੇਸ਼ ਕਿਹੜੇ ਹੁੰਦੇ ਨੇ ਵਾਰਤਕ ਦੇ। ਹੁਣ ਵਿਸ਼ੇਸ਼ ਦਾ ਮਤਲਬ ਕੀ ਹੋ ਗਿਆ, ਸਪੈਸ਼ਲ ਦਾ ਮਤਲਬ ਹੋ ਗਿਆ, ਠੀਕ ਹੈ। ਹੁਣ ਅਗਰ ਮੈਂ ਤੁਹਾਨੂੰ ਇੱਕ ਪੈਰਾ ਦੇ ਦੇਵਾਂ ਜਾਂ ਫਿਰ ਇੱਕ ਨਿਬੰਧ ਦੇ ਦੇਵਾਂ, ਅਗਰ ਕੁਛ ਵੀ ਲਗਾ ਲਓ ਇੱਦਾਂ ਦਾ ਜਿਹਦੇ ਵਿੱਚ ਮੈਂ ਕਿਹਦੀ ਗੱਲ ਕਰ ਰਹੀ ਹਾਂ, ਵਿਗਿਆਨ ਦੀ ਗੱਲ ਕਰ ਰਹੀ ਹਾਂ, ਜਿਹਦੇ ਵਿੱਚ ਮੈਂ ਕਿਹਦੀ ਗੱਲ ਕਰ ਰਹੀ ਹਾਂ, ਵਿਗਿਆਨ ਦੀ ਗੱਲ ਕਰ ਰਹੀ ਹਾਂ, ਠੀਕ ਹੈ। ਤਾਂ ਕਿਤੇ ਨਾ ਕਿਤੇ ਉੱਥੇ ਮੇਰਾ ਮੇਨ ਮੋਟਿਵ ਕੀ ਹੋਏਗਾ, ਤਾਂ ਉੱਥੇ ਮੇਨ ਮੋਟਿਵ ਇਹ ਹੋ ਜਾਂਦਾ ਹੈ ਕਿ ਜੋ ਸਟੂਡੈਂਟ ਨੇ ਉਹਨਾਂ ਦੀ ਜੋ ਰੁਚੀ ਹੈ ਉਹ ਕਿਹਦੇ ਪ੍ਰਤੀ ਵਧੇ, ਵਿਗਿਆਨ ਪ੍ਰਤੀ ਵਧੇ, ਠੀਕ ਹੈ। ਤਾਂ ਆਪਾਂ ਮੋਸਟਲੀ ਦੇਖਦੇ ਹਾਂ ਜਦੋਂ ਨਿਬੰਧ, ਮੋਸਟਲੀ ਆਪਾਂ ਪੰਜਾਬੀ ਦੇ ਵਿੱਚ ਦੇਖਦੇ ਹਾਂ ਸਿਰਫ ਇੱਕ ਪਰਟੀਕੂਲਰ ਟੌਪਿਕ ਦੇ ਉੱਪਰ ਨਿਬੰਧ ਨਹੀਂ ਹੁੰਦੇ, ਹਰ ਇੱਕ ਟੌਪਿਕ ਦੇ ਉੱਪਰ ਬੱਚਿਆਂ ਨੂੰ ਨਿਬੰਧ ਦਿੱਤੇ ਜਾਂਦੇ ਨੇ ਤਾਂ ਕਿ ਹਰ ਇੱਕ ਫੀਲਡ ਦੇ ਵਿੱਚ ਥੋੜ੍ਹਾ ਇੰਟਰਸਟ ਲੈ ਸਕਣ, ਥੋੜ੍ਹੀ ਉਹਨਾਂ ਬਾਰੇ ਨੌਲੇਜ। ਹੁਣ ਫੋਰ ਐਗਜ਼ਾਮਪਲ ਕੋਈ ਸਾਇੰਸ ਨਾਲ ਰਿਲੇਟਡ ਹੈ, ਠੀਕ ਹੈ, ਕੋਈ ਵੀ ਵਾਰਤਕ ਜਾਂ ਨਿਬੰਧ 'ਚ ਕੁਛ ਵੀ, ਤਾਂ ਉਹਦਾ ਮਤਲਬ ਕੀ ਹੋ ਗਿਆ, ਉਹਨਾਂ ਦਾ ਵਿਸ਼ੇਸ਼ ਉਦੇਸ਼ ਕੀ ਹੋ ਗਿਆ ਉਸਦਾ, ਕਿ ਬੱਚਿਆਂ ਦਾ ਇੰਟਰਸਟ ਸਾਇੰਸ ਵੱਲ ਵਧੇ, ਉਸ ਤਰੀਕੇ ਨਾਲ ਸੋਚਣਾ ਸ਼ੁਰੂ ਕਰ ਸਕਣ, ਠੀਕ ਹੈ। ਅਗਰ ਕੋਈ ਯਾਤਰਾ ਨਾਲ ਰਿਲੇਟਡ ਹੈ, ਹੁਣ ਯਾਤਰਾ ਨਾਲ ਰਿਲੇਟਡ ਵੀ ਬਹੁਤ ਸਾਰੇ ਨਿਬੰਧ, ਮੈਂ ਇੱਥੇ ਸਪੈਸੀਫਿਕ ਨਿਬੰਧ ਦੀ ਗੱਲ ਨਹੀਂ ਕਰ ਰਹੀ, ਕੁਛ ਵੀ ਹੋ ਸਕਦਾ ਹੋ, ਐਗਜ਼ਾਮਪਲ ਦੇ ਤੌਰ 'ਤੇ ਮੈਂ ਸਿਰਫ ਇੱਕ ਨਿਬੰਧ ਲੈ ਰਹੀ ਹਾਂ, ਠੀਕ ਹੈ, ਕਿ ਯਾਤਰਾ ਨਾਲ ਸੰਬੰਧਿਤ ਹੈ। ਤਾਂ ਇਸਦਾ ਮਤਲਬ ਕੀ ਹੋ ਗਿਆ ਕਿ ਆਪਣੇ ਅਗਰ ਗੱਲ ਕਰੀਏ ਨੈਚੁਰਲ, ਕਿੰਨਾ ਆਪਣਾ ਜੋ ਨੇਚਰ ਹੈ ਉਹ ਕਿੰਨਾ ਸੁੰਦਰ ਹੈ, ਆਪਣਾ ਜੋ ਪ੍ਰਕਿਰਤਿਕ ਪ੍ਰੇਮ ਹੋ ਗਿਆ, ਠੀਕ ਹੈ। ਤਾਂ ਬਿਲਕੁਲ ਇਸ ਦਾ ਵਿਸ਼ੇਸ਼ ਉਦੇਸ਼ ਕੀ ਹੋ ਜਾਊਗਾ ਕਿ ਆਪਣੇ ਇਨਵਾਇਰਮੈਂਟ ਵੱਲ ਬੱਚਿਆਂ ਦਾ ਫੋਕਸ ਥੋੜ੍ਹਾ ਪਹੁੰਚਾਉਣਾ, ਕਿ ਇੰਨੀਆਂ ਸੁੰਦਰ ਜਗ੍ਹਾ ਇੱਥੇ ਹੈਗੀਆਂ ਨੇ। ਅਗਰ ਗੱਲ ਕਰੀਏ ਤਾਂ ਨੈਚੁਰਲ ਬਿਊਟੀ ਜਿਹਨੂੰ ਆਪਾਂ ਬੋਲਦੇ ਹਾਂ, ਠੀਕ ਹੈ। ਤਾਂ ਬਿਲਕੁਲ ਪ੍ਰਕਿਰਤੀ ਦੇ ਨਾਲ ਜੋ ਪ੍ਰੇਮ ਆ ਉਹਨਾਂ ਦੇ ਵਿੱਚ ਰੁਚੀ ਲੈ ਸਕਣ। ਇਸ ਤੋਂ ਇਲਾਵਾ ਜੇਕਰ ਉਹ ਨਿਬੰਧ ਜੋ ਕੋਈ ਵੀ ਵਾਰਤਕ ਹੈ ਉਹ ਅਗਰ ਸਪੈਸ਼ਲੀ ਵਿਚਾਰਾਤਮਕ ਹੈ, ਜਿਹਦੇ ਵਿੱਚ ਵਿਚਾਰ ਪੇਸ਼ ਕੀਤੇ ਗਏ ਨੇ, ਠੀਕ ਹੈ, ਹੁਣ ਉਹ ਵਿਚਾਰ ਕਿਸੇ ਵੀ ਪੱਖ ਨੂੰ ਲੈ ਕੇ ਹੋ ਸਕਦੇ ਨੇ, ਤਾਂ ਉੱਥੇ ਤਰਕ ਵਿਤਰਕ ਦੀ ਜੋ ਯੋਗ ਸਮਝ ਆ ਉਹਨਾਂ ਨੇ ਸੋਚਣਾ ਸ਼ੁਰੂ ਕਰਦੇ ਨੇ ਕਿ ਹਾਂਜੀ ਇਸ ਤਰੀਕੇ ਨਾਲ ਹੋ ਸਕਦਾ। ਸਮਾਜਿਕ ਹੈ, ਠੀਕ ਹੈ, ਹੁਣ ਸਮਾਜ ਦੇ ਵਿੱਚ ਅਗਰ ਕੋਈ ਵੀ ਇੱਦਾਂ ਦੀ ਚੀਜ਼ ਹੈ ਸਮਾਜਿਕ ਦ੍ਰਿਸ਼ਟੀ ਤੋਂ ਉਹਨਾਂ ਨੂੰ ਦਿਖਾਈ ਜਾਂਦੀ ਹੈ, ਤਾਂ ਉੱਥੇ ਇੱਕ ਤਰੀਕੇ ਨਾਲ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਇੱਕ ਸਹੀ ਨਾਗਰਿਕ ਕਿਵੇਂ ਬਣ ਸਕਦੇ ਹੋ ਸਮਾਜ ਦੇ ਵਿੱਚ। ਸਹੀ ਨਾਗਰਿਕ, ਅੱਛਾ ਨਾਗਰਿਕ ਕਿਹੜਾ ਹੁੰਦਾ, ਉਹਦੀਆਂ ਜ਼ਿੰਮੇਵਾਰੀਆਂ ਕਿਹੜੀਆਂ ਹੁੰਦੀਆਂ, ਉਹਨਾਂ ਦੇ ਫਰਜ਼ ਕਿਹੜੇ ਹੁੰਦੇ ਨੇ, ਠੀਕ ਹੈ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਜੇਕਰ ਉਹ ਗੱਲ ਹੋ ਜਾਂਦੀ ਹੈ ਮਹਾਨ ਵਿਦਵਾਨ ਦੇ ਕਿਸੇ ਵੀ, ਹੁਣ ਬਾਇਓਗ੍ਰਾਫੀ ਹੁੰਦੀ ਹੈ, ਠੀਕ ਹੈ, ਬਾਇਓਗ੍ਰਾਫੀ ਦੇ ਵਿੱਚ ਕੀ ਹੁੰਦਾ ਹੈ, ਕਿਸੇ ਇੱਕ ਪਰਸਨ ਦੁਆਰਾ ਕਿਸੇ ਦੂਸਰੇ ਪਰਸਨ ਦੀ ਆਪਾਂ ਪੂਰੀ ਕਹਿੰਦੇ ਹਾਂ ਜੀਵਨ ਦੀ ਸਟੋਰੀ ਹੈ ਜੋ ਲਿਖੀ ਜਾਂਦੀ ਹੈ, ਠੀਕ ਹੈ। ਤਾਂ ਮਤਲਬ ਕੀ ਆ, ਹੁਣ ਜਦੋਂ ਬੱਚਾ ਕਿਸੇ ਵੀ ਅਨਦਰ ਪਰਸਨ ਦੀ ਰੀਅਲ ਲਾਈਫ ਸਟੋਰੀ ਨੂੰ ਪੜ੍ਹੇਗਾ, ਠੀਕ ਹੈ, ਚਾਹੇ ਖੁਦ ਦੁਆਰਾ ਲਿਖੀ ਗਈ ਹੋਵੇ ਚਾਹੇ ਕਿਸੇ ਅਨਦਰ ਰਾਈਟਰ ਦੁਆਰਾ ਲਿਖੀ ਗਈ ਹੋਵੇ, ਤਾਂ ਉੱਥੇ ਬੱਚੇ ਦਾ ਫੋਰ ਐਗਜ਼ਾਮਪਲ ਮਹਾਤਮਾ ਗਾਂਧੀ ਨੇ, ਠੀਕ ਹੈ, ਤਾਂ ਉਹਨਾਂ ਦਾ ਕਾਫੀ ਬੱਚੇ ਪੜ੍ਹਦੇ ਨੇ ਅਤੇ ਸਿੱਖਣ ਨੂੰ ਵੀ ਕਾਫੀ ਮਿਲਦਾ ਕਿ ਉਹਨਾਂ ਦੇ ਜੋ ਬਹੁਤ ਸਾਰੇ ਸਟੂਡੈਂਟ ਐਵੇਂ ਨੇ ਜੋ ਉਹਨਾਂ ਦੀਆਂ ਕੁਆਲਿਟੀਜ਼ ਨੂੰ ਅਪਣਾਉਣਾ ਚਾਹੁੰਦੇ ਨੇ ਅਤੇ ਅਪਣਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਪੜ੍ਹਨ ਤੋਂ ਬਾਅਦ, ਠੀਕ ਹੈ। ਤਾਂ ਕਿਤੇ ਨਾ ਕਿਤੇ ਅਗਰ ਆਪਾਂ ਕਿਸੇ ਦੀ ਬਾਇਓਗ੍ਰਾਫੀ ਸ਼ੇਅਰ ਕਰ ਰਹੇ ਹਾਂ ਬੱਚਿਆਂ ਨਾਲ, ਤਾਂ ਉੱਥੇ ਹੋ ਗਿਆ ਉਹਨਾਂ ਦੇ ਜੋ ਅੱਛੇ ਤਰੀਕੇ ਨਾਲ ਜੋ ਚਰਿੱਤਰ ਹੈ ਉਸਦਾ ਨਿਰਮਾਣ ਹੋ ਸਕੇ, ਉਹ ਪ੍ਰੇਰਿਤ ਹੋ ਸਕਣ, ਕਿਸ ਤਰੀਕੇ ਦਾ ਉਹਨਾਂ ਨੂੰ ਬਣਨਾ ਚਾਹੀਦਾ ਹੈ, ਕਿਸ ਤਰੀਕੇ ਦੀ ਇੱਕ ਤਰੀਕੇ ਨਾਲ ਇੰਸਪਾਇਰ ਹੁੰਦੇ ਨੇ ਉਹ, ਠੀਕ ਹੈ, ਜੇ ਅੱਛਾ ਚਰਿੱਤਰ ਨਿਰਮਾਣ ਹੁੰਦਾ ਉਹਨਾਂ ਦਾ। ਜੇ ਆਲੋਚਨਾਤਮਕ ਹੈ ਤਾਂ ਆਪਾਂ ਕੀ ਗੱਲ ਕਵਾਂਗੇ ਕਿ ਬੱਚੇ ਇੱਥੇ ਸੋਚਣਾ ਸ਼ੁਰੂ ਕਰਦੇ ਨੇ ਕਿ ਹਾਂਜੀ ਇਸ ਦੀ ਆਲੋਚਨਾ ਕਿਉਂ ਕੀਤੀ ਗਈ, ਠੀਕ ਹੈ, ਇਸ ਦਾ ਕੀ ਕਾਰਨ ਸੀ, ਵਿਸ਼ਲੇਸ਼ਣ ਕਰਨਾ, ਸੰਸਲੇਸ਼ਣ ਕਰਨਾ, ਠੀਕ ਹੈ, ਸਹੀ ਫੈਸਲਾ ਲੈਣ ਦੀ ਯੋਗਤਾ। ਹੁਣ ਆਲੋਚਨਾਤਮਕ ਦਾ ਮਤਲਬ ਕੀ ਹੋ ਗਿਆ ਕਿ ਕੁਝ ਜ਼ਰੂਰੀ ਨਹੀਂ ਕਿ ਜੋ ਸਭ ਕੁਝ ਕਿਹਾ ਗਿਆ ਸਹੀ ਹੈ, ਉਸਦੇ ਵਿੱਚ ਕੁਝ ਪੁਆਇੰਟਸ ਇੱਦਾਂ ਦੇ ਵੀ ਹੋ ਸਕਦੇ ਨੇ ਜੋ ਕਿਤੇ ਨਾ ਕਿਤੇ ਗਲਤ ਹੋਣ, ਤਾਂ ਉਸ ਚੀਜ਼ ਬਾਰੇ ਸੋਚਣਾ ਅਤੇ ਸਹੀ ਫੈਸਲਾ ਲੈਣ ਦੀ ਯੋਗਤਾ। ਅਗਰ ਬੱਚੇ ਆਲੋਚਨਾਤਮਕ ਢੰਗ ਨਾਲ ਸੋਚਦੇ ਨੇ ਤਾਂ ਇਸ ਦੇ ਵਿੱਚ ਕੋਈ ਨੈਗੇਟਿਵ ਥਿੰਕਿੰਗ ਨਹੀਂ ਹੈ, ਬਲਕਿ ਵਧੀਆ ਚੀਜ਼ ਹੈ, ਕਿਉਂਕਿ ਉਹ ਆਪਣੀ ਲੌਜੀਕਲ ਥਿੰਕਿੰਗ ਨੂੰ ਇੰਪਰੂਵ ਕਰ ਰਹੇ ਨੇ ਜੇਕਰ ਉਹ ਆਲੋਚਨਾਤਮਕ ਤਰੀਕੇ ਨਾਲ ਸੋਚ ਰਹੇ ਨੇ, ਠੀਕ ਹੈ। ਅਤੇ ਉਹਨਾਂ ਦੀ ਜੋ ਕੁਆਲਿਟੀ ਹੈ ਸਹੀ ਫੈਸਲਾ ਲੈਣ ਦੀ ਉਹ ਕੀ ਹੁੰਦੀ ਹੈ, ਇੰਪਰੂਵ ਹੁੰਦੀ ਹੈ। ਤਾਂ ਇਹ ਸਾਰੀਆਂ ਚੀਜ਼ਾਂ ਅਗਰ ਆਪਾਂ ਬੋਲੀਏ ਕਿ ਜਦੋਂ ਬੱਚਾ ਸਪੈਸੀਫਿਕ ਜਿਹੀ ਚੀਜ਼, ਅਗਰ ਆਪਾਂ ਗੱਲ ਕਰੀਏ ਕਿਸੇ ਵੀ ਚੀਜ਼ ਨਾਲ ਰਿਲੇਟਡ ਹੋ ਸਕਦੀ ਹੈ, ਕਿਸੇ ਵੀ ਫੀਲਡ ਨਾਲ ਰਿਲੇਟਡ ਹੋ ਸਕਦੀ ਹੈ, ਕਿਸੇ ਵੀ ਟੌਪਿਕ ਨਾਲ ਰਿਲੇਟਡ ਹੋ ਸਕਦੀ ਹੈ, ਤਾਂ ਉਸ ਪ੍ਰਤੀ ਉਸਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਕਲੀਅਰ? ਤਾਂ ਬਿਲਕੁਲ ਇਹ ਸਾਰਾ ਕੁਝ ਸੀਗਾ ਇਹਦੇ ਵਿੱਚ। ਨੈਕਸਟ ਅਗਰ ਆਪਾਂ ਗੱਲ ਕਰੀਏ ਹੁਣ ਗਦ ਸਿੱਖਿਆ ਦੇ ਚਰਨ ਅਤੇ ਪੜਾਅ, ਦੇਖਦੇ ਹਾਂ ਕਿਸ ਤਰੀਕੇ ਨਾਲ ਆਪਾਂ ਸਟੈਪ ਬਾਏ ਸਟੈਪ ਜੋ ਵਾਰਤਕ ਸਿੱਖਿਆ ਜਾਂ ਗਦ ਸਿੱਖਿਆ ਦਿੰਦੇ ਹਾਂ ਜਾਂ ਬੱਚਿਆਂ ਨੂੰ ਕਿਸ ਤਰੀਕੇ ਨਾਲ ਦੇਣੀ ਚਾਹੀਦੀ ਹੈ, ਠੀਕ ਹੈ। ਤਾਂ ਪਹਿਲਾਂ ਤਾਂ ਪੂਰਵ ਗਿਆਨ ਪ੍ਰੀਖਿਆ ਹੁੰਦੀ ਹੈ, ਤਾਂ ਦੇਖ ਲੈਂਦੇ ਹਾਂ ਪੂਰਵ ਗਿਆਨ ਪ੍ਰੀਖਿਆ ਦੇ ਵਿੱਚ ਕੀ ਹੁੰਦਾ। ਨਾਮ ਤੋਂ ਹੀ ਕਲੀਅਰ ਹੋ ਰਿਹਾ ਵੈਸੇ ਤਾਂ। ਪੂਰਵ ਗਿਆਨ ਦਾ ਮਤਲਬ ਹੋ ਗਿਆ ਕਿ ਅਗਰ ਤੁਸੀਂ ਸਟਾਰਟ ਕਰ ਰਹੇ ਹੋ ਕੋਈ ਵੀ ਟੌਪਿਕ, ਕੋਈ ਵੀ ਅਗਰ ਗੱਲ ਕਰੀਏ ਕਿਸੇ ਵੀ ਫੀਲਡ ਚੀਜ਼ ਬਾਰੇ ਸਮਝਾ ਰਹੇ ਹੋ ਜੋ ਕਿ ਤੁਹਾਡਾ ਟੌਪਿਕ ਹੈ ਐਜ਼ ਉਸ ਤੋਂ ਪਹਿਲਾਂ ਇੱਕ ਬੱਚਿਆਂ ਨਾਲ ਕੁਐਸਚਨ ਆਨਸਰ ਕੀਤੇ ਜਾਣ, ਪੁੱਛੇ ਜਾਣ ਉਹਨਾਂ ਤੋਂ, ਉਹਨਾਂ ਨਾਲ ਥੋੜ੍ਹੀ ਬਹੁਤ ਗੱਲਬਾਤ ਕੀਤੀ ਜਾਵੇ। ਜ਼ਰੂਰੀ ਨਹੀਂ ਹੈ ਕਿ ਕੁਐਸਚਨ ਹੀ ਪੁੱਛਣਾ ਸਟ੍ਰਿਕਟਲੀ ਵੇ ਦੇ ਵਿੱਚ, ਤਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਮਤਲਬ ਤੁਸੀਂ ਉਹਨਾਂ ਦੇ ਵਿਊਜ਼ ਜਾਣਨ ਦੀ ਕੋਸ਼ਿਸ਼ ਕਰੋ, ਪ੍ਰਸ਼ਨ ਉੱਤਰ ਰਾਹੀਂ ਹੋ ਸਕਦਾ ਹੈ, ਗੱਲਬਾਤ ਨਾਲ ਹੋ ਸਕਦਾ ਹੈ, ਠੀਕ ਹੈ। ਹੁਣ ਕੋਈ ਵੀ ਟੌਪਿਕ ਹੈ ਉਸ ਟੌਪਿਕ ਨਾਲ ਰਿਲੇਟਡ, ਫੋਰ ਐਗਜ਼ਾਮਪਲ ਕੋਈ ਵੀ ਇੱਕ ਟੌਪਿਕ ਤੁਸੀਂ ਅੱਜ ਡਿਸਕਸ ਕਰਨਾ ਹੈ, ਗਦ ਜਾਂ ਵਾਰਤਕ ਕੋਈ ਵੀ ਹੈ ਤੁਹਾਡਾ, ਉਸ ਟੌਪਿਕ ਨਾਲ ਰਿਲੇਟਡ ਪੜ੍ਹਾਉਣ ਤੋਂ ਪਹਿਲਾਂ ਜਾਂ ਪੜ੍ਹਨ ਤੋਂ ਪਹਿਲਾਂ ਉਸ ਟੌਪਿਕ ਨਾਲ ਰਿਲੇਟਡ ਬੱਚਿਆਂ ਨਾਲ ਗੱਲਬਾਤ ਕੀਤੀ ਜਾਵੇ, ਕੁਐਸਚਨ ਆਨਸਰ ਕੀਤੀ ਜਾਵੇ, ਦੇਖਿਆ ਜਾਵੇ ਕਿ ਬੱਚਿਆਂ ਨੂੰ ਇਸ ਟੌਪਿਕ ਬਾਰੇ ਜਾਂ ਇਸ ਚੀਜ਼ ਬਾਰੇ ਕਿੰਨੀ ਕੁ ਨੌਲੇਜ ਪਹਿਲਾਂ ਤੋਂ ਹੈ ਜਾਂ ਬੱਚੇ ਦੇ ਵਿਊਜ਼ ਕੀ ਨੇ, ਠੀਕ ਹੈ ਜੀ।
ਤਾਂ ਉੱਥੇ ਕੀ ਹੋ ਜਾਂਦਾ, ਬਿਲਕੁਲ ਫਸਟ ਸਟੈਪ ਆਪਣਾ ਕੀ ਹੋ ਜਾਂਦਾ, ਪੂਰਵ ਗਿਆਨ ਪ੍ਰੀਖਿਆ। ਠੀਕ ਹੈ, ਮਤਲਬ ਪਹਿਲਾਂ ਹੀ ਉਹਨਾਂ ਨਾਲ ਗੱਲਬਾਤ ਜਾਂ ਪ੍ਰਸ਼ਨ ਪੁੱਛੇ ਜਾਣ ਤਾਂ ਕਿ ਉਹਨਾਂ ਦੀ ਜੋ ਗਿਆਨ ਪਹਿਲਾਂ ਕਿੰਨਾ, ਪੜ੍ਹਨ ਤੋਂ ਪਹਿਲਾਂ ਕਿੰਨਾ ਹੈ, ਉਹ ਦੇਖਿਆ ਜਾ ਸਕੇ। ਅੱਗੇ ਆ ਜਾਂਦਾ ਪ੍ਰਸਤਾਵਨਾ ਜਾਂ ਜਾਣ ਪਛਾਣ। ਹੁਣ ਜਾਣ ਪਛਾਣ ਤਾਂ ਆਪਾਂ ਨੂੰ ਇੱਕ ਚੀਜ਼ ਤਾਂ ਕਲੀਅਰ ਹੋ ਗਈ ਕਿ ਸਿੱਧਾ ਹੀ ਆਪਾਂ ਕਵਿਤਾ ਦੇ ਵਿੱਚ ਵੀ ਦੇਖੋ ਇਹੀ ਚੀਜ਼ ਕੀਤੀ ਸੀ ਕਿ ਡਾਇਰੈਕਟਲੀ ਪੜ੍ਹਾਉਣਾ ਨਹੀਂ ਚਾਹੀਦਾ। ਠੀਕ ਹੈ, ਪਹਿਲਾਂ ਥੋੜ੍ਹੀ ਬਹੁਤ ਪ੍ਰਸ਼ਨ ਪੁੱਛਣੇ ਚਾਹੀਦੇ ਨੇ, ਬੱਚਿਆਂ ਨੂੰ ਪੂਰਵ ਗਿਆਨ ਚੈੱਕ ਕਰਨਾ ਚਾਹੀਦਾ। ਆਫਟਰ ਦੈਟ ਜੋ ਟੌਪਿਕ ਆਪਾਂ ਪੜ੍ਹਾ ਰਹੇ ਹਾਂ ਉਹਦੇ ਬਾਰੇ ਥੋੜ੍ਹੀ ਜਿਹੀ ਨੌਲੇਜ ਬੱਚਿਆਂ ਨੂੰ ਦੇਣੀ ਚਾਹੀਦੀ ਹੈ। ਠੀਕ ਹੈ, ਪੂਰਵ ਗਿਆਨ 'ਤੇ ਆਧਾਰਿਤ ਹੋਵੇ। ਹੁਣ ਜਿਵੇਂ ਕਿ ਜੋ ਕਿ ਆਪਾਂ ਪੂਰਵ ਗਿਆਨ ਜੋ ਕੁਐਸਚਨ ਆਨਸਰ ਆਪਾਂ ਲਏ ਸੀ ਉਸਦੇ ਬਿਲਕੁਲ ਸੇਮ ਟੌਪਿਕ ਹੋਣਾ ਚਾਹੀਦਾ। ਇੱਦਾਂ ਨਹੀਂ ਹੈ ਕਿ ਤੁਸੀਂ ਪਹਿਲਾਂ ਗੱਲਬਾਤ ਕੋਈ ਕਿਸੇ ਹੋਰ ਟੌਪਿਕ ਨਾਲ ਰਿਲੇਟਡ ਕਰ ਰਹੇ ਹੋ, ਤੁਸੀਂ ਜਾਣ ਪਛਾਣ ਕਿਸੇ ਹੋਰ ਟੌਪਿਕ ਨਾਲ ਕਰਾ ਰਹੇ ਹੋ ਅਤੇ ਪੜ੍ਹਾਉਣਾ ਕੁਛ ਹੋਰ ਹੈ, ਤੁਸੀਂ ਇੱਦਾਂ ਨਹੀਂ ਹੋਣਾ ਚਾਹੀਦਾ। ਸੇਮ ਸਾਰਾ ਕੁਛ ਇੱਕ ਦੂਜੇ ਨਾਲ ਰਿਲੇਟਡ ਹੋਣਾ ਚਾਹੀਦਾ। ਤਾਂ ਬਿਲਕੁਲ ਕਿਸ ਤਰੀਕੇ ਨਾਲ ਦੇਖੋ, ਹੁਣ ਫੋਰ ਐਗਜ਼ਾਮਪਲ ਲੇਖਕ ਦੇ ਸੰਬੰਧ ਵਿੱਚ ਕੁਛ ਕਥਨ ਕਰਕੇ। ਠੀਕ ਹੈ, ਹੁਣ ਹਰ ਇੱਕ ਰਾਈਟਰ ਹੁੰਦਾ ਹੈ ਹਰ ਇੱਕ ਚੀਜ਼ ਦਾ। ਠੀਕ ਹੈ, ਅਗਰ ਕੋਈ ਸਟੋਰੀ ਪੜ੍ਹਾ ਰਹੇ ਹੋ ਤੁਸੀਂ, ਜੇ ਕੋਈ ਨਿਬੰਧ ਹੈ ਤਾਂ ਰਾਈਟਰ ਤਾਂ ਹੋਏਗਾ ਹੀ, ਤੁਸੀਂ ਉਹਨਾਂ ਬਾਰੇ ਕੋਈ ਨੌਲੇਜ ਦੇ ਸਕਦੇ ਹੋ। ਠੀਕ ਹੈ, ਸਮੱਸਿਆ ਉਤਪੰਨ ਕਰਕੇ ਜਾਂ ਪੇਸ਼ ਕਰਕੇ। ਠੀਕ ਹੈ, ਹੁਣ ਫੋਰ ਐਗਜ਼ਾਮਪਲ ਕੋਈ ਵੀ ਕਿੱਦਾਂ ਦਾ ਟੌਪਿਕ ਹੈ, ਤੁਸੀਂ ਕੋਈ ਵੀ ਇੱਕ ਐਗਜ਼ਾਮਪਲ ਲੈ ਕੇ, ਹੁਣ ਫੋਰ ਐਗਜ਼ਾਮਪਲ ਪੋਲਿਊਸ਼ਨ ਇੱਕ ਬਹੁਤ ਵੱਡਾ ਟੌਪਿਕ ਹੈ ਤਾਂ ਇਹਦੇ ਨਾਲ ਰਿਲੇਟਡ ਤੁਸੀਂ ਇੱਕ ਕੋਈ ਵੀ ਐਗਜ਼ਾਮਪਲ ਜੋ ਕੋਈ ਵੀ ਇੱਕ ਪ੍ਰੋਬਲਮ ਹੈ ਜੋ ਕਿ ਨੈਚੁਰਲੀ ਆਪਾਂ ਦੇਖਦੇ ਹਾਂ ਕਿ ਪੋਲਿਊਸ਼ਨ ਕਰਕੇ ਕਿੰਨੀਆਂ ਪ੍ਰੋਬਲਮਸ ਹੋ ਰਹੀਆਂ ਨੇ, ਉਹਦੇ ਵਿੱਚ ਇੱਕ ਪ੍ਰੋਬਲਮ ਲੈ ਕੇ ਤੁਸੀਂ ਬੱਚਿਆਂ ਸਾਹਮਣੇ ਕੁਐਸਚਨ ਦੀ ਤਰ੍ਹਾਂ ਰੱਖ ਸਕਦੇ ਹੋ, ਸਮੱਸਿਆ ਦੀ ਤਰ੍ਹਾਂ ਰੱਖ ਸਕਦੇ ਹੋ, ਔਰ ਤੁਸੀਂ ਅਬਜ਼ਰਵ ਕਰਨ ਦੀ ਕੋਸ਼ਿਸ਼ ਕਰੋ ਕਿ ਬੱਚੇ ਇਸਦੇ ਕੀ ਸੋਲਿਊਸ਼ਨਸ ਦੇਣਗੇ, ਕਿ ਕਿਸ ਤਰੀਕੇ ਨਾਲ ਇਸ ਨੂੰ ਦੂਰ ਕੀਤਾ ਜਾ ਸਕਦਾ ਹੈ। ਠੀਕ ਹੈ, ਅਤੇ ਇੱਕ ਇਹ ਵੀ ਬਹੁਤ ਵਧੀਆ ਤਰੀਕਾ ਹੋ ਜਾਂਦਾ ਹੈ ਪੂਰਵ ਕਥਾ ਦੇ ਮਾਧਿਅਮ ਦੁਆਰਾ। ਠੀਕ ਹੈ ਜੀ, ਪ੍ਰਸ਼ਨ ਉੱਤਰ ਮਾਧਿਅਮ ਦੁਆਰਾ, ਇਹ ਦੋਨੇ ਤਾਂ ਆਪਾਂ ਹੁਣੇ ਕਰਕੇ ਹੀ ਆਏ ਹਾਂ। ਨੈਕਸਟ ਅਗਰ ਆਪਾਂ ਗੱਲ ਕਰੀਏ ਸਿੱਖਿਆ ਸਹਾਇਕ ਸਮੱਗਰੀ ਦੁਆਰਾ, ਉਹੀ ਗੱਲ ਹੋ ਗਈ ਕਿ ਸਿਰਫ ਜ਼ਰੂਰੀ ਨਹੀਂ ਹੈ ਕਿ ਗੱਲਬਾਤ ਕਰਕੇ ਜਾਂ ਲਿਖ ਕੇ ਪੜ੍ਹ ਕੇ ਹੀ ਸਿਖਾਇਆ ਜਾ ਸਕੇ। ਅਗਰ ਤੁਸੀਂ ਉਸਨੂੰ ਨੈਚੁਰਲ ਇਨਵਾਇਰਮੈਂਟ ਦੇ ਨਾਲ ਰਿਲੇਟ ਕਰਕੇ ਜਾਂ ਕਿਸੇ ਟੀਚਿੰਗ ਏਡਸ ਨਾਲ ਰਿਲੇਟ ਕਰਕੇ ਸਿਖਾ ਰਹੇ ਹੋ ਤਾਂ ਹੋਰ ਵੀ ਜ਼ਿਆਦਾ ਵਧੀਆ। ਠੀਕ ਹੈ, ਤਾਂ ਇਸ ਤੋਂ ਇਲਾਵਾ ਅਗਰ ਗੱਲ ਕਰੀਏ, ਹੁਣ ਪ੍ਰਸਤਾਵਨਾ ਦੀ ਹੀ ਗੱਲ ਹੋ ਰਹੀ ਹੈ, ਜਾਣ ਪਛਾਣ ਹੀ ਆਪਾਂ ਕਰ ਰਹੇ ਹਾਂ ਹਾਲੇ ਤੱਕ। ਤਾਂ ਪ੍ਰਸਤਾਵਨਾ ਕਰਦੇ ਹੋਏ ਧਿਆਨ ਰੱਖਣ ਜੋ ਗੱਲਾਂ ਕਿਹੜੀਆਂ ਹੋਣੀਆਂ ਚਾਹੀਦੀਆਂ ਨੇ, ਇਸ ਵਿੱਚ ਵਿਅਰਥ ਪ੍ਰਸ਼ਨ ਨਾ ਪੁੱਛੇ ਜਾਣ। ਠੀਕ ਹੈ, ਇੱਦਾਂ ਹੀ ਐਕਸਟਰਾ ਦੇ ਜਿਨ੍ਹਾਂ ਨਾਲ ਆਪਣੇ ਬੱਚਿਆਂ ਨੂੰ ਕੋਈ ਨੌਲੇਜ ਵੀ ਨਾ ਮਿਲੇ ਔਰ ਆਪਾਂ ਨੂੰ ਲੱਗੇ ਕਿ ਹਾਂਜੀ ਟਾਈਮ ਦੀ ਵੇਸਟੇਜ ਹੋ ਰਹੀ ਹੈ, ਤਾਂ ਇੱਦਾਂ ਦਾ ਕੁਛ ਨਹੀਂ ਹੋਣਾ ਚਾਹੀਦਾ। ਠੀਕ ਹੈ, ਤਾਂ ਸੈਕਿੰਡ ਅਗਰ ਗੱਲ ਕਰੀਏ, ਇੱਕ ਜ਼ਿਆਦਾ ਲੰਬੀ ਵੀ ਨਹੀਂ ਹੋਣੀ ਚਾਹੀਦੀ। ਇੱਦਾਂ ਨਹੀਂ ਹੈ ਕਿ ਆਪਣਾ ਸਾਰਾ ਸਮਾਂ ਇਹਦੇ ਵਿੱਚ ਹੀ ਬਤੀਤ ਹੋ ਗਿਆ ਔਰ ਆਪਾਂ ਟੌਪਿਕ ਨੂੰ ਸ਼ੁਰੂ ਵੀ ਨਹੀਂ ਕਰ ਪਾਏ, ਤਾਂ ਜ਼ਿਆਦਾ ਲੰਬੀ ਵੀ ਨਹੀਂ ਹੋਣੀ ਚਾਹੀਦੀ। ਠੀਕ ਹੈ, ਇੰਨੀ ਕੁ ਹੋਣੀ ਚਾਹੀਦੀ ਕਿ ਬਸ ਤੁਸੀਂ ਇੰਨਾ ਕੁ ਅਬਜ਼ਰਵ ਕਰ ਸਕੋ ਕਿ ਬੱਚਿਆਂ ਨੂੰ ਪਹਿਲਾਂ ਤਾਂ ਆਪਾਂ ਇਹ ਦੇਖਣਾ ਕਿ ਕਿੰਨੀ ਕੁ ਨੌਲੇਜ ਸ਼ੁਰੂ ਤੋਂ ਹੈ, ਆਫਟਰ ਦੈਟ ਕਿ ਉਹ ਕਿਸ ਤਰੀਕੇ ਦੇ ਸੋਲਿਊਸ਼ਨ ਉਹ ਦੇ ਪਾ ਰਹੇ ਨੇ, ਜਾਂ ਉਹ ਕਿੰਨੇ ਕੁ ਇੰਟਰਸਟ ਲੈ ਪਾ ਰਹੇ ਨੇ, ਜਾਂ ਫਿਰ ਅਗਰ ਆਪਾਂ ਗੱਲ ਕਰੀਏ ਜੋ ਟੌਪਿਕ ਹੈ ਉਸ ਨਾਲ ਆਪਾਂ ਜਾਣ ਪਛਾਣ ਕਰਵਾਉਣੀ ਹੈ ਸਿੰਪਲ ਸ਼ਬਦਾਂ ਵਿੱਚ। ਠੀਕ ਹੈ ਜੀ, ਪੂਰਵ ਗਿਆਨ 'ਤੇ ਆਧਾਰਿਤ ਹੋਣੀ ਚਾਹੀਦੀ ਹੈ। ਠੀਕ ਹੈ, ਜੋ ਜਾਣ ਪਛਾਣ ਆਪਾਂ ਕਰਵਾ ਰਹੇ ਹਾਂ ਉਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਜੋ ਨੌਲੇਜ ਉਹਨਾਂ ਨੂੰ ਪਹਿਲਾਂ ਸੀ, ਜਾਂ ਜਿਵੇਂ ਤੁਸੀਂ ਕੁਐਸਚਨ ਆਨਸਰ ਕੀਤੇ ਸੀ ਉਹਦੇ ਨਾਲ ਰਿਲੇਟਡ। ਪ੍ਰਸ਼ਨ ਮਨੋਵਿਗਿਆਨਿਕ ਰੂਪ ਨਾਲ ਪੁੱਛੇ ਜਾਣੇ ਚਾਹੀਦੇ ਨੇ, ਕ੍ਰਮ ਨਾਲ ਪੁੱਛੇ ਜਾਣੇ ਚਾਹੀਦੇ ਨੇ। ਇੱਦਾਂ ਨਹੀਂ ਹੈ ਕਿ ਤੁਸੀਂ ਜੋ ਹਲੇ ਕਰਵਾਇਆ ਨਹੀਂ ਉਸ ਦੇ ਨਾਲ ਰਿਲੇਟਡ ਕੁਐਸਚਨ ਪੁੱਛ ਰਹੇ ਹੋ। ਠੀਕ ਹੈ, ਤਾਂ ਉਹ ਨਹੀਂ ਕਰ ਪਾਉਣਗੇ ਬੱਚੇ, ਅਤੇ ਇੱਕ ਕ੍ਰਮ ਦੇ ਅਕੋਰਡਿੰਗ ਹੋਣੇ ਚਾਹੀਦੇ ਨੇ। ਇਹ ਤਾਂ ਸੀ ਜੀ ਆਪਣਾ ਸੈਕਿੰਡ ਵਨ, ਮਤਲਬ ਕੀ ਸੀਗਾ ਕਿ ਜਿਹਦੇ ਵਿੱਚ ਆਪਾਂ ਦੇਖਿਆ ਕਿ ਜਾਣ ਪਛਾਣ ਕਿਸ ਤਰੀਕੇ ਨਾਲ ਆਪਾਂ ਨੂੰ ਕਰਵਾਉਣੀ ਚਾਹੀਦੀ ਆ। ਉਦੇਸ਼ ਕਥਨ, ਹੁਣ ਅੱਗੇ ਆ ਜਾਂਦਾ ਉਦੇਸ਼ ਕਥਨ। ਠੀਕ ਹੈ, ਤਾਂ ਪ੍ਰਸਤਾਵਨਾ ਤੋਂ ਬਾਅਦ ਕੀ ਹੋਣਾ ਚਾਹੀਦਾ, ਅਧਿਆਪਕ ਕਹਾਣੀ ਗਦ ਰਚਨਾ ਦਾ ਉਦੇਸ਼ ਸਪਸ਼ਟ ਕਰੇ, ਇਸ ਨਾਲ ਬੱਚੇ ਕਹਾਣੀ ਪ੍ਰਤੀ ਸੁਚੇਤ ਰੁਚੀ ਰੱਖਣਗੇ। ਹੁਣ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਵੀ ਡਾਊਟ ਹੋਊਗਾ। ਠੀਕ ਹੈ, ਹੁਣ ਆਪਾਂ ਨੇ ਜਦੋਂ ਬੱਚਿਆਂ ਨਾਲ ਜਾਣ ਪਛਾਣ ਕਰ ਲਈ ਤਾਂ ਉਸ ਤੋਂ ਬਾਅਦ ਬੱਚੇ ਨੂੰ ਇਹ ਦੱਸਣਾ ਚਾਹੀਦਾ ਕਿ ਜੋ ਟੌਪਿਕ ਅੱਜ ਆਪਾਂ ਕਰ ਰਹੇ ਹਾਂ ਇਹਦਾ ਮੇਨ ਮੋਟਿਵ ਕੀ ਹੈ, ਇਸ ਦੇ ਨਾਲ ਆਪਾਂ ਨੂੰ ਕੀ ਸਿੱਖਣ ਨੂੰ ਮਿਲੂਗਾ, ਇਸ ਦਾ ਮੇਨ ਉਦੇਸ਼ ਕੀ ਹੈ। ਉਦੇਸ਼ ਮੀਨ ਟੂ ਸੇ ਆਪਾਂ ਨੂੰ ਇਹਦੇ ਵਿੱਚੋਂ ਕੀ ਸਿੱਖਣ ਨੂੰ ਮਿਲੂਗਾ, ਜਾਂ ਇਸ ਦਾ ਆਪਾਂ ਨੂੰ ਇਹ ਚੈਪਟਰ ਪੜ੍ਹਨ ਦਾ ਇੱਕ ਉਦੇਸ਼ ਹੁੰਦਾ। ਠੀਕ ਹੈ, ਕਿ ਹਾਂਜੀ ਇਸ ਤੋਂ ਬਾਅਦ ਆਪਣੇ ਵਿੱਚ ਇਹ ਚੇਂਜਸ ਆਉਣਗੇ ਜਾਂ ਇਸ ਤੋਂ ਆਪਾਂ ਨੂੰ ਕੁਝ ਸਿੱਖਣ ਨੂੰ ਮਿਲੇਗਾ। ਠੀਕ ਹੈ, ਇੱਕ ਉਦੇਸ਼ ਹੁੰਦਾ, ਤਾਂ ਉਹ ਉਦੇਸ਼ ਪਹਿਲਾਂ ਕਲੀਅਰ ਕਰਨਾ ਚਾਹੀਦਾ, ਸਪਸ਼ਟ ਕਰਨਾ ਚਾਹੀਦਾ। ਕਿਉਂਕਿ ਜਦੋਂ ਬੱਚੇ ਸਮਝਣਗੇ ਕਿ ਹਾਂਜੀ ਅੱਜ ਅਸੀਂ ਇਹ ਆਪਾਂ ਸਿੱਖਣਾ ਹੈ ਜਾਂ ਇਹ ਉਦੇਸ਼ ਹੈ, ਤਾਂ ਉਹ ਐਕਟਿਵ ਰਹਿਣਗੇ, ਥੋੜ੍ਹਾ ਜਿਹਾ ਸਮਝ ਰਹੇ ਹੋ ਇਸ ਚੀਜ਼ ਨੂੰ। ਠੀਕ ਹੈ, ਤਾਂ ਸੁਚੇਤ ਰਹਿਣਗੇ। ਅੱਗੇ ਅਗਰ ਆਪਾਂ ਗੱਲ ਕਰੀਏ ਪੇਸ਼ਕਾਰੀ, ਠੀਕ ਹੈ, ਜਾਂ ਪ੍ਰਸਤੁਤੀਕਰਨ ਦੇ ਵਿੱਚ ਕੀ ਆ ਜਾਂਦਾ ਹੈ। ਹੁਣ ਅਗਰ ਆਪਾਂ ਗੱਲ ਕਰੀਏ, ਹੋ ਗਿਆ ਉਦੇਸ਼ ਆਪਾਂ ਨੇ ਬੱਚਿਆਂ ਨਾਲ ਡਿਸਕਸ ਕੀਤਾ। ਆਫਟਰ ਦੈਟ ਹੁਣ ਆਪਾਂ ਪੜ੍ਹਨਾ ਸ਼ੁਰੂ ਕਰਾਂਗੇ ਜਾਂ ਪੜ੍ਹਾਉਣਾ ਸ਼ੁਰੂ ਕਰਾਂਗੇ। ਠੀਕ ਹੈ, ਹੁਣ ਭਾਵ ਅਨੁਸਾਰ ਗਦ ਰਚਨਾ ਨੂੰ ਖੰਡਾਂ ਵਿੱਚ ਵੰਡ ਲੈਣਾ ਚਾਹੀਦਾ ਹੈ, ਇਸ ਦੇ ਨਾਲ ਹੀ ਵਿਸ਼ਾ ਵਸਤੂ ਪੇਸ਼ ਕੀਤੀ ਜਾਵੇ। ਠੀਕ ਹੈ, ਹੁਣ ਇੱਦਾਂ ਨਹੀਂ ਹੈ, ਕਈ ਵਾਰ ਹੁੰਦਾ ਕਿ ਬਹੁਤ ਜ਼ਿਆਦਾ ਲੈਂਥੀ ਇੱਕ ਟੌਪਿਕ ਹੋ ਜਾਂਦਾ ਹੈ। ਠੀਕ ਹੈ, ਉਸਨੂੰ ਇੱਕ ਦਿਨ ਦੇ ਵਿੱਚ ਲਗਾਤਾਰ ਹੀ ਪੜ੍ਹਨਾ ਜਾਂ ਪੜ੍ਹਾਉਣਾ ਉਹ ਚੀਜ਼ ਵੀ ਸਹੀ ਨਹੀਂ ਰਹਿੰਦੀ, ਕਿਉਂਕਿ ਆਪਾਂ ਨੇ ਹਰ ਇੱਕ ਚੀਜ਼ ਨੂੰ ਬੱਚਿਆਂ ਦੇ ਨਾਲ ਕੀ ਕਰਨਾ, ਡਿਸਕਸ ਕਰਨਾ, ਹਰ ਇੱਕ ਡਾਊਟ ਨੂੰ ਉਹਨਾਂ ਦੇ ਕਲੀਅਰ ਕਰਨਾ। ਤਾਂ ਉਸਨੂੰ ਹੋ ਸਕੇ ਤਾਂ ਕੁਝ ਪਾਰਟਸ ਦੇ ਵਿੱਚ ਡਿਵਾਈਡ ਕਰ ਲਓ। ਡਿਵਾਈਡ ਕਰਕੇ ਫੋਰ ਐਗਜ਼ਾਮਪਲ ਕਿਸੇ 3 ਤੋਂ 4 ਪਾਰਟਸ ਦੇ ਵਿੱਚ ਡਿਵਾਈਡ ਕਰਕੇ ਪਹਿਲਾਂ ਫਸਟ ਪਾਰਟ ਨੂੰ ਕਲੀਅਰਲੀ ਐਕਸਪਲੇਨ, ਫਿਰ ਸੈਕਿੰਡ, ਇਸ ਤਰੀਕੇ ਨਾਲ ਛੋਟੇ ਛੋਟੇ ਪਾਰਟਸ ਦੇ ਵਿੱਚ ਡਿਵਾਈਡ ਕਰ ਲਓ।
ਕੱਲੇ ਕੱਲੇ ਪਾਰਟ ਨੂੰ ਐਕਸਪਲੇਨ ਕਰਨ ਤੋਂ ਬਾਅਦ ਐਟ ਦ ਐਂਡ ਆਲ ਓਵਰ ਇੱਕ ਅਗਰ ਆਪਾਂ ਕਹਿ ਸਕਦੇ ਕਿ ਪੂਰੇ ਆਪਾਂ ਗਦ ਵਾਰਤਕ ਦੇ ਵਿੱਚ ਕੀ ਸਟੱਡੀ ਕੀਤਾ ਜਾਂ ਕੀ ਸਮਝਿਆ ਜਾਂ ਐਕਟੀਵਿਟੀਜ਼ ਨਾਲ ਉਹਨਾਂ ਨੂੰ ਸਮਝਾਉਣਾ, ਉਹ ਡਿਪੈਂਡ ਕਰਦਾ ਟੀਚਰ ਦੇ ਮਾਧਿਅਮ ਦੇ ਉੱਪਰ ਕਿ ਕਿਸ ਮਾਧਿਅਮ ਨਾਲ ਉਹ ਪੜ੍ਹਾ ਰਿਹਾ ਹੈ। ਠੀਕ ਹੈ, ਤਾਂ ਬਿਲਕੁਲ ਇੱਥੇ ਕਹਿਣ ਦਾ ਮਤਲਬ ਇਹ ਹੈ ਕਿ ਉਸਨੂੰ ਕਿਹਦੇ ਵਿੱਚ ਪਾਰਟਸ ਦੇ ਵਿੱਚ ਡਿਵਾਈਡ ਕਰ ਲੈਣਾ ਚਾਹੀਦਾ, ਫਿਰ ਉਸਨੂੰ ਪੇਸ਼ ਕਰਨਾ ਚਾਹੀਦਾ। ਤਾਂ ਕਿਹੜੇ ਕਿਹੜੇ ਵਿਧੀਆਂ ਹੋ ਗਿਆ? ਅਧਿਆਪਕ ਦਾ ਆਦਰਸ਼ ਵਾਚਨ। ਠੀਕ ਹੈ, ਮਤਲਬ ਕੀ ਹੈ ਟੀਚਰ ਦਾ ਆਦਰਸ਼ ਵਾਚਨ ਕਰੇ ਇਹਦੇ ਵਿੱਚ। ਠੀਕ ਹੈ, ਸਹੀ ਤਰੀਕੇ ਨਾਲ ਪੜ੍ਹੇ, ਇੱਦਾਂ ਨਹੀਂ ਇੱਕ ਸਿੰਪਲ ਆਪਾਂ ਕਹਿ ਸਕਦੇ ਹਾਂ ਕਿ ਲਗਾਤਾਰ ਪੜ੍ਹਨਾ। ਉਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਉਤਰਾਅ ਚੜ੍ਹਾਅ ਹਰ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ। ਮੌਨ ਵਾਚਨ ਦੁਆਰਾ। ਠੀਕ ਹੈ, ਹੋਰ ਆਪਾਂ ਕੀ ਅਪਣਾ ਸਕਦੇ ਕਿ ਬੱਚਿਆਂ ਨੂੰ ਜਸਟ ਕੁਛ ਕੁ ਟਾਈਮ ਦਿੱਤਾ ਜਾਵੇ ਕਿ ਉਹ ਖੁਦ ਇਸ ਨੂੰ ਆਪਣੇ ਬਿਨਾਂ ਆਵਾਜ਼ ਕੀਤੇ ਪੜ੍ਹਨ। ਬਹੁਤ ਇੰਪਰੂਵ ਦਿੰਦਾ ਹੈ ਇਹ ਮੈਥਡ ਵੀ। ਠੀਕ ਹੈ, ਕਿ ਬਿਨਾਂ ਆਵਾਜ਼ ਕਰੇ ਖੁਦ ਪੜ੍ਹਨ, ਕਿਉਂਕਿ ਉੱਥੇ ਬੱਚੇ ਖੁਦ ਪੜ੍ਹਨ ਦੀ ਕੋਸ਼ਿਸ਼ ਕਰਨਗੇ ਤਾਂ ਉੱਥੇ ਧਿਆਨ ਲੱਗੇਗਾ ਉਹਨਾਂ ਦਾ। ਠੀਕ ਹੈ ਜੀ, ਸ਼ਬਦਾਂ ਦੇ ਅਰਥਾਂ ਦੁਆਰਾ। ਠੀਕ ਹੈ, ਤਾਂ ਬਿਲਕੁਲ ਇਕੱਲੇ ਇਕੱਲੇ ਸ਼ਬਦ ਦੇ ਅਰਥ ਨੂੰ ਐਕਸਪਲੇਨ ਕਰਦੇ ਹੋਏ। ਨੈਕਸਟ ਅਗਰ ਆਪਾਂ ਗੱਲ ਕਰੀਏ ਆਦਰਸ਼ ਵਾਚਨ ਕੀ ਹੋਏਗਾ। ਆਦਰਸ਼ ਵਾਚਨ ਦੀ ਗੱਲ ਕਰੀਏ ਤਾਂ ਭਾਵਾਂ ਅਨੁਸਾਰ, ਹੁਣ ਮੈਂ ਤੁਹਾਨੂੰ ਉੱਪਰ ਦੱਸਿਆ ਕਿ ਟੀਚਰ ਅਗਰ ਆਦਰਸ਼ ਵਾਚਨ ਨਾਲ ਟੀਚ ਕਰੇਗਾ ਤਾਂ ਬਹੁਤ ਵਧੀਆ ਹੋਏਗਾ। ਤਾਂ ਆਦਰਸ਼ ਵਾਚਨ ਕੀ ਹੁੰਦਾ, ਜਿਵੇਂ ਉੱਚੀ ਆਵਾਜ਼ ਦੇ ਵਿੱਚ ਪੜ੍ਹਨਾ। ਠੀਕ ਹੈ, ਭਾਵਾਂ ਅਨੁਸਾਰ ਪੜ੍ਹਨਾ, ਉਹੀ ਆ ਗਿਆ ਕਿ ਕਿੱਥੇ ਸਹੀ ਤਰੀਕੇ ਨਾਲ ਆਪਾਂ ਉੱਚੀ ਆਵਾਜ਼ ਦੇ ਵਿੱਚ ਕਿੱਥੇ ਰੁਕਣਾ ਹੈ, ਕਿੱਥੇ ਨਹੀਂ ਰੁਕਣਾ, ਉਹ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ, ਭਾਵਾਂ ਦੇ ਅਨੁਸਾਰ ਪੜ੍ਹਨਾ। ਠੀਕ ਹੈ ਜੀ, ਤਾਂ ਇੱਦਾਂ ਨਹੀਂ ਹੈ ਕਿ ਉੱਥੇ ਗੱਲ ਕਿਸੇ ਦੁਖੀ ਟੌਪਿਕ 'ਤੇ ਹੋ ਰਹੀ ਹੈ ਅਤੇ ਆਪਾਂ ਉਸ ਚੀਜ਼ ਨੂੰ ਧਿਆਨ 'ਚ ਨਹੀਂ ਰੱਖ ਪਾ ਰਹੇ। ਠੀਕ ਹੈ, ਤਾਂ ਉਦੇਸ਼ ਕੀ ਹੈ ਇਹਦੇ? ਬੱਚਿਆਂ ਸਾਹਮਣੇ ਗਦ ਰਚਨਾ ਦਾ ਆਦਰਸ਼ ਵਾਚਨ ਪੇਸ਼ ਕਰਨਾ। ਠੀਕ ਹੈ, ਭਾਵਾਂ ਨੂੰ ਜਾਣੂ ਕਰਵਾਉਣਾ, ਕਿਉਂਕਿ ਜੇਕਰ ਆਪਾਂ ਉਸੇ ਲਏ ਦੇ ਵਿੱਚ ਪੜ੍ਹਾਂਗੇ ਜਿਸ ਲਏ ਦੇ ਵਿੱਚ ਉਹ ਸਟੋਰੀ ਜੋ ਕੁਛ ਵੀ ਵਾਰਤਕ ਹੈ, ਤਾਂ ਬੱਚੇ ਉਸਦੀ ਫੀਲਿੰਗ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਸ਼ੁਰੂ ਕਰਨਗੇ ਕਿ ਹਾਂਜੀ ਇਹ ਇਸ ਤਰੀਕੇ ਨਾਲ ਹੋਇਆ ਹੋਏਗਾ। ਫੀਲਿੰਗਸ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ, ਜੋ ਕਿ ਜ਼ਰੂਰੀ ਹੁੰਦਾ ਹੈ। ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ, ਕਿਹੜੇ ਗੱਲਾਂ ਦਾ ਆਪਾਂ ਨੂੰ ਇੱਥੇ ਧਿਆਨ ਰੱਖਣਾ ਚਾਹੀਦਾ ਆਦਰਸ਼ ਵਾਚਨ ਕਰਦੇ ਹੋਏ। ਭਾਵਾਂ ਅਨੁਸਾਰ ਚਿਹਰੇ 'ਤੇ ਭਾਵ ਵੀ ਹੋਣੇ ਚਾਹੀਦੇ ਨੇ। ਉਹੀ ਚੀਜ਼ ਆ ਗਈ ਕਿ ਫੀਲਿੰਗਸ ਨੂੰ ਐਕਸਪ੍ਰੈਸ ਨਾਲ ਕਰਨਾ ਚਾਹੀਦਾ ਹੈ। ਜਮਾਤ ਵਿੱਚ ਅਧਿਆਪਕ ਖੜ੍ਹੇ ਹੋਣ ਅਤੇ ਪੁਸਤਕ ਫੜਨ ਪਾਠ ਪੁਸਤਕ ਫੜਨ ਦਾ ਧਿਆਨ ਰੱਖਣ। ਠੀਕ ਹੈ, ਤਾਂ ਅਧਿਆਪਕ ਦੀ ਪ੍ਰੈਜੈਂਸ ਹੋਣੀ ਜ਼ਰੂਰੀ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਸਮੇਂ ਅਤੇ ਹਾਲਾਤਾਂ ਅਨੁਸਾਰ ਸੀਮਿਤ ਮਾਤਰਾ ਵਿੱਚ ਅੰਗਾਂ ਦਾ, ਹੁਣ ਜਿਵੇਂ ਅਗਰ ਆਪਾਂ ਟੀਚਰ ਐਜ਼ ਅ ਟੀਚਰ ਅਗਰ ਆਪਾਂ ਗੱਲ ਕਰੀਏ ਤਾਂ ਬਿਲਕੁਲ ਆਪਣੇ ਜੋ ਸਰੀਰਕ ਅੰਗਾਂ ਦਾ ਸੰਚਾਲਨ ਕਰਨਾ, ਜਿਵੇਂ ਹੱਥਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨਾ ਜਾਂ ਕਲਾਸ ਦੇ ਵਿੱਚ ਤੁਰਦੇ ਫਿਰਦੇ ਰਹਿਣਾ। ਠੀਕ ਹੈ, ਜਾਂ ਐਕਟੀਵਿਟੀਜ਼ ਕਰਦੇ ਹੋਏ ਸਮਝਾਉਣਾ, ਤਾਂ ਉੱਥੇ ਜ਼ਰੂਰੀ ਹੋ ਜਾਂਦਾ ਹੈ। ਠੀਕ ਹੈ, ਇੱਦਾਂ ਨਹੀਂ ਹੈ ਕਿ ਬਿਲਕੁਲ ਆਪਾਂ ਇੱਕ ਜਗ੍ਹਾ 'ਤੇ ਖੜ੍ਹੇ ਹਾਂ ਜਾਂ ਬੈਠ ਕੇ ਜਸਟ ਨੋਰਮਲੀ ਬੋਲ ਰਹੇ ਹਾਂ ਜਾਂ ਪੜ੍ਹ ਰਹੇ ਹਾਂ, ਉੱਥੇ ਉਨੀ ਅੰਡਰਸਟੈਂਡਿੰਗ ਨਹੀਂ ਬਣੇਗੀ। ਅਗਰ ਆਪਾਂ ਕਲਾਸ ਦੇ ਵਿੱਚ ਤੁਰ ਕੇ ਜਾਂ ਹੱਥਾਂ ਨਾਲ ਥੋੜ੍ਹਾ ਮੂਵਮੈਂਟ ਕਰਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਾਂ ਅਗਰ ਆਪਣੇ ਕੋਲ ਟੀਚਿੰਗ ਏਡਸ ਨੇ ਤਾਂ ਉਸ ਤੋਂ ਵੀ ਵਧੀਆ ਕੁਛ ਨਹੀਂ ਹੈ। ਠੀਕ ਹੈ, ਉਹਨਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਵਿਸ਼ਰਾਮ ਚਿੰਨ੍ਹ ਧੁਨੀਆਂ ਦਾ ਧਿਆਨ ਰੱਖਿਆ ਜਾਵੇ। ਠੀਕ ਹੈ, ਉਹੀ ਚੀਜ਼ ਆ ਜਾਂਦੀ ਹੈ ਕਿ ਸਹੀ ਤਰੀਕੇ ਨਾਲ ਵਾਰਤਕ ਵਾਚਨ ਜੋ ਹੈ ਉਹ ਕਰਨਾ ਚਾਹੀਦਾ ਹੈ। ਤਾਂ ਇਹ ਦੱਸੇ ਕਿ ਆਦਰਸ਼ ਵਾਚਨ ਕਿਸ ਤਰੀਕੇ ਨਾਲ ਕਰਨਾ ਚਾਹੀਦਾ ਹੈ। ਠੀਕ ਹੈ ਜੀ, ਹੁਣ ਆਪਾਂ ਨੇ ਟੌਪਿਕ ਪੜ੍ਹ ਲਿਆ, ਆਦਰਸ਼ ਵਾਚਨ ਕਰ ਲਿਆ। ਠੀਕ ਹੈ, ਹੁਣ ਉਸ ਤੋਂ ਬਾਅਦ ਆਪਾਂ ਕੀ ਕਰਨਾ? ਅਨੁਕਰਨ ਕਰਨਾ। ਅਨੁਕਰਨ ਦਾ ਮਤਲਬ ਕੀ ਹੋ ਜਾਂਦਾ? ਆਦਰਸ਼ ਵਾਚਨ ਤੋਂ ਬਾਅਦ ਬੱਚਿਆਂ ਨੂੰ ਅਨੁਕਰਨ ਦਾ ਮੌਕਾ ਦਿੱਤਾ ਜਾਵੇ। ਅਨੁਕਰਨ ਕੀ ਹੁੰਦੀ ਹੈ? ਨਕਲ ਹੁੰਦੀ ਹੈ। ਠੀਕ ਹੈ, ਅਨੁਕਰਨ ਦਾ ਸਿੰਪਲ ਸ਼ਬਦ ਵਿੱਚ ਆਪਾਂ ਕਹੀਏ ਨਕਲ ਹੁੰਦੀ ਹੈ ਕਿ ਬੱਚਿਆਂ ਨੂੰ ਵੀ ਇੱਕ ਮੌਕਾ ਦਿੱਤਾ ਜਾਵੇ ਕਿ ਉਹ ਵੀ ਇਸ ਚੀਜ਼ ਨੂੰ ਨਾਲ ਉਹ ਕਰ ਸਕਣ। ਬੱਚਿਆਂ ਨੂੰ ਵਾਚਨ ਕਲਾ ਵਿੱਚ ਨਿਪੁੰਨ ਬਣਾਉਣਾ, ਜਿਵੇਂ ਕਿ ਛੋਟੇ ਬੱਚਿਆਂ ਦੇ ਵਿੱਚ ਛੋਟੇ ਕਲਾਸਿਸ ਦੇ ਵਿੱਚ ਆਪਾਂ ਮੋਸਟਲੀ ਦੇਖਦੇ ਹਾਂ ਕਿ ਇੱਕ ਬੱਚਾ ਪੜ੍ਹਦਾ ਹੈ ਜਾਂ ਫਿਰ ਟੀਚਰ ਪੜ੍ਹਦਾ ਹੈ ਤਾਂ ਉਸ ਦੇ ਨਾਲ ਪਿੱਛੇ ਬੱਚੇ ਪੜ੍ਹਦੇ ਹਨ। ਉਹ ਇੱਕ ਤਰੀਕੇ ਨਾਲ ਅਨੁਕਰਨ ਹੁੰਦਾ ਕਿ ਬੱਚੇ ਟੀਚਰ ਨੂੰ ਕਾਪੀ ਕਰ ਰਹੇ ਨੇ। ਠੀਕ ਹੈ, ਤਾਂ ਜਿਸ ਲਏ ਦੇ ਵਿੱਚ, ਜਿਸ ਲਹਿਜੇ ਦੇ ਵਿੱਚ, ਜਿਸ ਤਰੀਕੇ ਨਾਲ ਟੀਚਰ ਵਾਚਨ ਕਰੇਗਾ ਉਸੇ ਤਰੀਕੇ ਨਾਲ ਬੱਚੇ ਵੀ ਕਰਨਗੇ। ਠੀਕ ਹੈ, ਸ਼ੁੱਧ ਅਤੇ ਸਪਸ਼ਟ, ਹੁਣ ਜਿਵੇਂ ਅਗਰ ਟੀਚਰ ਸਹੀ ਤਰੀਕੇ ਨਾਲ ਸ਼ੁੱਧ ਸਪਸ਼ਟ ਵਾਚਨ ਕਰ ਰਿਹਾ ਹੈ, ਪੜ੍ਹ ਰਿਹਾ, ਤਾਂ ਉਸੇ ਤਰੀਕੇ ਨਾਲ ਬੱਚੇ ਵੀ ਪੜ੍ਹਨਗੇ। ਸਵੈ ਵਿਸ਼ਵਾਸ ਨਾਲ ਵਾਚਨ ਕਰਨ ਦੀ ਕੌਨਫੀਡੈਂਸ ਲੈਵਲ ਜੋ ਹੈ ਬੱਚਿਆਂ ਦਾ ਕੀ ਹੁੰਦਾ ਹੈ? ਬਿਲਡ ਹੁੰਦਾ ਹੈ। ਠੀਕ ਹੈ, ਤਾਂ ਇਸ ਤਰੀਕੇ ਨਾਲ ਜੋ ਵਾਰਤਕ ਹੈ ਉਹ ਕੀ ਹੋਣਾ ਚਾਹੀਦਾ ਹੈ? ਪੜ੍ਹਾਇਆ ਜਾਣਾ ਚਾਹੀਦਾ ਇੱਕ ਕਲਾਸਰੂਮ ਦੇ ਵਿੱਚ। ਠੀਕ ਹੈ ਜੀ, ਤਾਂ ਉਮੀਦ ਹੈ ਪਹਿਲਾਂ ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰ ਹੋ ਗਈਆਂ ਹੋਣਗੀਆਂ। ਇੱਕ ਵਾਰੀ ਓਵਰਵਿਊ ਜਿਹਾ ਲੈ ਲੈਂਦੇ ਹਾਂ ਆਪਾਂ ਕਿ ਅੱਜ ਆਪਾਂ ਕੀ ਕੀਤਾ। ਸਭ ਤੋਂ ਪਹਿਲਾਂ ਤਾਂ ਆਪਾਂ ਕੀਤਾ ਕਿ ਗਦ ਜਾਂ ਵਾਰਤਕ ਕੀ ਹੁੰਦਾ। ਠੀਕ ਹੈ, ਆਫਟਰ ਦੈਟ ਆਪਾਂ ਦੇਖਿਆ ਕਿ ਗਦ ਜਾਂ ਵਾਰਤਕ ਦੇ ਕਿਹੜੇ ਉਦੇਸ਼ ਹੁੰਦੇ ਨੇ। ਜਿਵੇਂ ਸਧਾਰਨ ਨੋਰਮਲੀ ਅਗਰ ਆਪਾਂ ਗੱਲ ਕਰੀਏ ਤਾਂ ਓਵਰਆਲ ਕੀ ਉਦੇਸ਼ ਨੇ ਉਸਦੇ, ਜਾਂ ਸਪੈਸ਼ਲ ਅਗਰ ਕਿਸੇ ਚੀਜ਼ ਦੇ ਨਾਲ ਰਿਲੇਟਡ ਵਾਰਤਕ ਹੈ ਤਾਂ ਉਸਦੇ ਕੀ ਉਦੇਸ਼ ਨੇ। ਠੀਕ ਹੈ ਜੀ, ਇਸਦੇ ਪੜਾਅ ਕਿਹੜੇ ਨੇ? ਤਾਂ ਸਭ ਤੋਂ ਪਹਿਲਾਂ ਪੜਾਅ ਦੇ ਵਿੱਚ ਕੀ ਆਉਂਦਾ ਕਿ ਆਪਾਂ ਬੱਚਿਆਂ ਨੂੰ ਪਹਿਲਾਂ ਕੁਐਸਚਨ ਆਨਸਰ ਕਰੀਏ, ਉਹਨਾਂ ਦਾ ਪੂਰਵ ਗਿਆਨ ਦੇਖੀਏ ਕਿ ਉਹਨਾਂ ਨੂੰ ਪਹਿਲਾਂ ਤੋਂ ਹੀ ਕਿੰਨੀ ਇਸ ਟੌਪਿਕ ਬਾਰੇ ਨੌਲੇਜ ਹੈ। ਆਫਟਰ ਦੈਟ ਆਪਾਂ ਦੇਖੀਏ ਕਿ ਬੱਚਿਆਂ ਦੀ ਜੋ ਪ੍ਰਸਤਾਵਨਾ ਜਾਂ ਜਾਣ ਪਛਾਣ ਹੈ ਉਹ ਮਤਲਬ ਨੋਰਮਲੀ ਆਪਾਂ ਕੋਈ ਵੀ ਟੌਪਿਕ ਸਟਾਰਟ ਕਰਨ ਤੋਂ ਪਹਿਲਾਂ ਉਸਦੇ ਬਾਰੇ ਜਾਣ ਪਛਾਣ ਕਰਵਾਉਣੀ ਬੱਚਿਆਂ ਨੂੰ ਜ਼ਰੂਰੀ ਹੈ। ਲੇਖਕ ਨਾਲ ਰਿਲੇਟਡ ਹੋ ਸਕਦੀ ਹੈ, ਕੋਈ ਇੱਕ ਅੱਧਾ ਕੁਐਸਚਨ ਜਾਂ ਸਮੱਸਿਆ ਉਤਪੰਨ ਕਰਕੇ ਹੋ ਸਕਦੀ ਹੈ, ਟੀਚਿੰਗ ਏਡਸ ਨਾਲ ਹੋ ਸਕਦੀ ਹੈ। ਠੀਕ ਹੈ, ਕਿਵੇਂ ਵੀ ਉਹ ਡਿਪੈਂਡ ਕਰਦਾ ਟੀਚਰ ਦੇ ਉੱਪਰ। ਆਫਟਰ ਦੈਟ ਅਗਰ ਆਪਾਂ ਗੱਲ ਕਰੀਏ ਤਾਂ ਉਸਦੇ ਕੀ ਉਦੇਸ਼ ਹੈ ਉਹ ਬੱਚਿਆਂ ਨੂੰ ਸ਼ੁਰੂ ਦੇ ਵਿੱਚ ਦੱਸਣਾ ਚਾਹੀਦਾ ਕਿ ਹਾਂਜੀ ਇਹਦੇ ਵਿੱਚ ਅੱਜ ਆਪਾਂ ਇਹ ਉਦੇਸ਼ ਹੈ ਆਪਣਾ, ਇਹ ਆਪਾਂ ਸਿੱਖਣਾ ਹੈ।
ਪ੍ਰਸਤੁਤੀਕਰਨ ਤੇ ਪੇਸ਼ਕਾਰੀ, ਠੀਕ ਹੈ। ਤਾਂ ਬਿਲਕੁਲ ਛੋਟੇ ਛੋਟੇ ਪਹਿਲਾਂ ਤਾਂ ਪਾਰਟਸ ਵਿੱਚ ਵੰਡਣਾ ਚਾਹੀਦਾ ਹੈ ਉਸਨੂੰ, ਠੀਕ ਹੈ। ਫਿਰ ਉਸਨੂੰ ਇਕੱਲੇ ਇਕੱਲੇ ਦੇ ਅਕੋਰਡਿੰਗ ਐਕਸਪਲੇਨ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਆਦਰਸ਼ ਵਾਚਨ ਕਰਨਾ ਚਾਹੀਦਾ ਹੈ। ਆਦਰਸ਼ ਵਾਚਨ ਮੀਨ ਟੂ ਸੇ ਇੱਕ ਸਹੀ ਲੇ ਦੇ ਵਿੱਚ ਸਹੀ ਤਰੀਕੇ ਦੇ ਨਾਲ ਪੜ੍ਹਨਾ ਚਾਹੀਦਾ ਹੈ। ਖੁਦ ਜਦੋਂ ਇੱਕ ਵਾਰੀ ਵਾਚਨ ਕੀਤਾ, ਐਕਸਪਲੇਨ ਕੀਤਾ ਨਾਲ ਨਾਲ, ਤਾਂ ਉਸ ਤੋਂ ਬਾਅਦ ਅਨੁਕਰਨ ਦਾ ਮੌਕਾ ਬੱਚਿਆਂ ਨੂੰ ਦੇਣਾ ਚਾਹੀਦਾ ਹੈ, ਤਾਂ ਕਿ ਬੱਚੇ ਵੀ ਉਸ ਚੀਜ਼ ਨੂੰ ਪੜ੍ਹ ਸਕਣ, ਸਮਝ ਸਕਣ, ਅਤੇ ਇੱਕ ਕੌਨਫੀਡੈਂਸ, ਸੈਲਫ ਕੌਨਫੀਡੈਂਸ ਆਪਾਂ ਕਹਿ ਸਕਦੇ ਹਾਂ ਕਿ ਆ ਸਕੇ ਉਹਨਾਂ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਕੁਝ ਚੀਜ਼ਾਂ ਸੀ। ਹਾਲੇ ਵੀ ਇਹ ਟੌਪਿਕ ਜੋ ਹੈ ਥੋੜ੍ਹਾ ਜਿਹਾ ਬਿਲਕੁਲ ਆਪਾਂ ਕਹਾਂਗੇ ਕਿ ਗਦ ਦਾ ਹੀ ਕੁਝ ਹਿੱਸਾ ਹੈ ਜੋ ਪੈਂਡਿੰਗ ਹੈ, ਉਸਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਵਰ ਕਰਾਂਗੇ। ਥੋੜ੍ਹਾ ਜਿਹਾ ਹੀ ਰਹਿ ਗਿਆ ਇਹ ਟੌਪਿਕ, ਉਸ ਤੋਂ ਬਾਅਦ ਇਹ ਟੌਪਿਕ ਕੰਪਲੀਟ ਹੋ ਜਾਣਾ ਹੈ, ਸਾਹਿਤ ਜੋ ਆਪਣਾ ਟੌਪਿਕ ਸੀ, ਠੀਕ ਹੈ। ਫਿਰ ਨੈਕਸਟ ਟੌਪਿਕ ਦੇਖਾਂਗੇ, ਕੋਈ ਵੀ ਦੇਖਦੇ ਹਾਂ ਪੰਜਾਬੀ ਦੇ ਵਿੱਚ, ਮੇਰੇ ਖਿਆਲ ਦੇ ਵਿੱਚ ਰਚਨਾ ਸਿੱਖਿਆ ਹੋਏਗਾ ਸ਼ਾਇਦ, ਉਹ ਸਟਾਰਟ ਕਰਾਂਗੇ, ਠੀਕ ਹੈ ਜੀ। ਤਾਂ ਬਿਲਕੁਲ ਇਸੇ ਤਰੀਕੇ ਨਾਲ ਸਿਲੇਬਸ ਚੱਲਦਾ ਰਹੇਗਾ ਆਪਣਾ। ਤਾਂ ਜੇਕਰ ਤੁਸੀਂ ਫਸਟ ਟਾਈਮ ਆਏ ਹੋ ਤਾਂ ਬਿਲਕੁਲ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ, ਠੀਕ ਹੈ ਜੀ। ਹੈਲਪਫੁਲ ਹੋਊਗਾ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ PS ਟੈਟ ਦੇ ਲਈ, ਤਾਂ ਬਹੁਤ ਯੂਜ਼ਫੁਲ ਹੈ। ਜੋ ਨੋਟਸ ਨੇ ਉਹ ਵੀ ਤੁਹਾਨੂੰ ਸੈਂਡ ਕਰ ਦਿੱਤੇ ਜਾਂਦੇ ਨੇ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ, ਤੁਹਾਨੂੰ ਮਿਲ ਜਾਏਗਾ ਟੈਲੀਗ੍ਰਾਮ ਚੈਨਲ ਦਾ, ਉੱਥੇ ਤੁਹਾਨੂੰ ਜੋ ਨੋਟਸ ਨੇ ਉਹ ਸੈਂਡ ਕਰ ਦਿੱਤੇ ਜਾਂਦੇ ਨੇ, ਠੀਕ ਹੈ। ਤਾਂ ਤੁਸੀਂ ਉੱਥੋਂ ਜਾ ਕੇ ਆਪਣੇ ਨੋਟਸ ਲੈ ਸਕਦੇ ਹੋ, ਬਿਲਕੁਲ। ਚਲੋ ਫਿਰ ਦੇਖਦੇ ਹਾਂ ਨੈਕਸਟ ਟੌਪਿਕ ਨੂੰ ਸਟਾਰਟ ਕਰਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਠੀਕ ਹੈ। ਤਾਂ ਜ਼ਰੂਰ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।